ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਮੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸ਼ਕਤ ਹੀ ਕਾਈ, ਸਾਦਾ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਆਪਣੇ ਕੀਓ। ਰਾਮ ਰਸ ਪਿਆਰੇ, ਜਿਹ ਰਸ ਬਿਸਰ ਗਏ ਰਸ ਔਰ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਬੇਸੁਮਾਰ ਅਥਾਹ ਅਗਨਤ ਤੋਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਹੰਜਾ ਦੁੱਧ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਨ ਤੁਧ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਨਗੇ ਦੁੱਖ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਅਜ ਨਾ ਸੁਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ। ਜਾਏ ਪੁਛੋ ਡੋਹਾਗਣੀ, ਤੁਮ ਕਿਉ ਰਹਿਣ ਵਿਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ।
ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਕਿਰਪਾ ਦੇ ਪਾਤਰ ਬਣਦਿਆਂ ਸਤਸੰਗਤ ਰੂਪ ਵਿੱਚ ਜੁੜ ਬੈਠ ਕੇ ਬਾਣੀ ਦੇ ਕੀਰਤਨ ਅਭਿਆਸ ਨਾਲ, ਵਿਚਾਰ ਅਭਿਆਸ ਦੇ ਨਾਲ ਆਪਣੇ ਅਧਿਆਤਮਿਕ ਜੀਵਨ ਦੇ ਮਨੋਰਥ ਨੂੰ ਪ੍ਰਾਪਤ ਕਰਨ ਦਾ ਨਿਰਮਲ ਸ਼ੁਭ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ। ਬਾਬਾ ਸ਼ੇਖ ਫਰੀਦ ਸਾਹਿਬ ਜੀ ਅੱਜ ਵਾਲੇ ਸ਼ਲੋਕ ਦੇ ਅੰਤਰਗਤ ਆਪਣੇ ਜੀਵਨ ਦਾ ਇੱਕ ਮਹਾਂ ਅਨੁਭਵ ਸਾਡੇ ਸਨਮੁਖ ਰੱਖ ਰਹੇ ਹਨ। ਜੀਵਨ ਦੇ ਵਿੱਚ ਚਾਹੇ ਉਹ ਜੀਵਨ ਦੁਨਿਆਵੀ ਹੈ, ਚਾਹੇ ਅਧਿਆਤਮਿਕ ਹੈ, ਕਿਸੇ ਤਰ੍ਹਾਂ ਦਾ ਵੀ ਜੀਵਨ ਹੋਵੇ, ਉਸ ਜੀਵਨ ਦੇ ਪੂਰੇ ਸਫ਼ਰ ਦੇ ਵਿੱਚੋਂ ਗੁਜ਼ਰਨ ਤੋਂ ਬਾਅਦ ਜੀਵਨ ਦੇ ਹੱਥ ਵਿੱਚ ਜੋ ਲੱਗਦਾ ਹੈ ਅਤੇ ਜੋ ਲਾਸਟ ਦੇ ਵਿੱਚ ਮਨੁੱਖ ਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਦੇ ਭ੍ਰਮਣ ਤੋਂ ਬਾਅਦ, ਹਜ਼ਾਰਾਂ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਗੁਜ਼ਰਨ ਤੋਂ ਬਾਅਦ ਜਿੰਨੀਆਂ ਚੀਜ਼ਾਂ ਨੂੰ ਸਮਝਿਆ, ਉਹਦੇ ਵਿੱਚ ਬਾਅਦ ਦੇ ਵਿੱਚ ਕੀ ਬਚਿਆ ਹੈ, ਉਸ ਨੂੰ ਅਨੁਭਵ ਆਖਿਆ ਜਾਂਦਾ ਹੈ। ਇੱਕ ਅਪਰਾਧੀ ਵੀ ਆਪਣੇ ਅਨੁਭਵ 'ਤੇ ਪਹੁੰਚਦਾ ਹੈ ਕਿ ਹਿਰਦੇ ਵਿੱਚ ਇੱਕ ਪਾਪ ਦੀ ਪੈਦਾ ਹੋਈ ਲਹਿਰ ਅਪਰਾਧ ਦੀ ਸਿਖਰ ਤੱਕ ਲੈ ਜਾਂਦੀ ਹੈ। ਇਸ ਕਰਕੇ ਉਹਦੇ ਕੋਲ ਵੀ ਅਨੁਭਵ ਹੁੰਦਾ ਹੈ ਕਿ ਆਪਣੇ ਹਿਰਦੇ ਦੇ ਤਲ 'ਤੇ ਕਿਸੇ ਤਰ੍ਹਾਂ ਦਾ ਅਪਰਾਧਕ ਫੁਰਨਾ ਨਹੀਂ ਪੈਦਾ ਹੋਣ ਦੇਣਾ ਚਾਹੀਦਾ। ਸੰਤ ਵੀ ਆਪਣੇ ਅਨੁਭਵ ਦੇ ਸਿਖਰ 'ਤੇ ਪਹੁੰਚਦਾ। ਸੰਤ ਕੋਲੋਂ ਵੀ ਅਨੁਭਵ ਹੁੰਦਾ ਹੈ ਕਿ ਜੀਵਨ ਦੇ ਵਿੱਚ ਜਿਤਨੇ ਜ਼ਿਆਦਾ ਪਲਾਂ ਦੀ ਸੰਭਾਲ ਭਗਤੀ ਦੇ ਨਾਲ, ਗਿਆਨ ਦੇ ਨਾਲ, ਬੰਦਗੀ ਦੇ ਨਾਲ ਕਰ ਲਵਾਂਗੇ, ਉਤਨਾ ਜ਼ਿਆਦਾ ਜੀਵਨ ਸੁਹਾਵਣਾ ਹੋਏਗਾ। ਇਸ ਕਰਕੇ ਸੰਤ ਇਸ ਅਨੁਭਵ 'ਤੇ ਪਹੁੰਚਦਾ ਹੈ ਕਿ ਸਵਾਸ ਸਿਮਰਨ ਹੋਣਾ ਚਾਹੀਦਾ। ਇੱਕ ਦੁਨੀਆਦਾਰ ਮਨੁੱਖ ਵੀ ਆਪਣੇ ਅਨੁਭਵ 'ਤੇ ਪਹੁੰਚਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਵੀ ਆਪਣੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਅਧਿਆਤਮਿਕ ਰੂਹਾਨੀਅਤ ਦੀ ਕਮਾਈ ਕੀਤੀ ਹੈ, ਉਹਦਾ ਅਨੁਭਵ ਸਾਨੂੰ ਅੱਜ ਸਾਡੇ ਸਨਮੁਖ ਰੱਖ ਰਹੇ ਹਨ, ਜ਼ਿਕਰ ਕਰਦੇ ਹਨ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ। ਸੰਸਾਰ ਦੀਆਂ ਜਿਤਨੀਆਂ ਮਿੱਠੀਆਂ ਵਸਤੂਆਂ ਹਨ, ਜਿਹੜੀਆਂ ਮਿੱਠੇ ਹੋਣ ਦਾ ਅਨੁਭਵ ਕਰਾਉਂਦੀਆਂ ਨੇ, ਮਿੱਠੇ ਰਸ ਦਾ ਅਨੁਭਵ ਕਰਾਉਂਦੀਆਂ ਨੇ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦੇ ਵਿੱਚ ਸ਼ੱਕਰ ਹੈ। ਗੁੜ ਦਾ ਬਾਰੀਕ ਰੂਪ ਸ਼ੱਕਰ ਕਿਹਾ ਜਾਂਦਾ ਹੈ। ਖੰਡ ਦਾ ਭਾਵ ਜੋ ਮਿਠਾਸ ਦੇ ਤੌਰ 'ਤੇ ਉਪਲਬਧ ਹੁੰਦੀ ਹੈ। ਅੱਗੇ ਆਖਦੇ ਹਨ ਨਿਵਾਤ ਮਿਸ਼ਰੀ ਆਦਿਕ, ਗੁੜ ਵਰਗੀਆਂ ਵਸਤਾਂ, ਮਾਖਿਓ ਭਾਵ ਸ਼ਹਿਦ ਵਰਗੀਆਂ ਅਤ ਮਿਠਾਸ ਭਰੀਆਂ ਵਸਤਾਂ, ਮਾਂਝਾ ਦੁੱਧ ਅਤੇ ਮਾਝੇ ਦੁੱਧ ਵਰਗੀਆਂ ਜਿਹੜੀਆਂ ਵਸਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੜੀਆਂ ਉੱਤਮ, ਬੜੀਆਂ ਮਿਠਾਸ ਭਰੀਆਂ ਕਹੀਆਂ ਜਾਂਦੀਆਂ ਹਨ। ਪਰ ਸਾਡੇ ਜੀਵਨ ਦਾ ਅਨੁਭਵ ਹੈ, ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਸਭੇ ਵਸਤੂ ਮਿੱਠੀਆਂ, ਬੜੀਆਂ ਮਿਠਾਸ ਭਰੀਆਂ ਨੇ। ਜਦੋਂ ਅਸੀਂ ਮੁੱਖ ਵਿੱਚ ਪਾਉਂਦੇ ਹਾਂ, ਅੰਤਰੀਵ ਨੂੰ ਮਿਠਾਸ ਦੇ ਨਾਲ ਭਰ ਦਿੰਦੀਆਂ ਨੇ, ਮਨੁੱਖ ਨੂੰ ਇੱਕ ਮਿੱਠੇ ਰਸ ਦਾ ਹੁਲਾਰਾ ਆਉਂਦਾ ਹੈ। ਪਰ ਇਸ ਤੋਂ ਅੱਗੇ ਵੀ ਇੱਕ ਬਾਤ ਹੈ, ਰੱਬ ਨਾ ਪੁੱਜਨ ਤੁਧ। ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਮਿਠਾਸ ਭਾਵੇਂ ਬੜੀ ਗਹਿਰੀ ਹੈ, ਸ਼ਹਿਦ ਦੀ ਮਿਠਾਸ ਬੜੀ ਗਹਿਰੀ ਹੈ, ਸ਼ੱਕਰ ਦੀ ਮਿਠਾਸ ਬੜੀ ਗਹਿਰੀ ਹੈ, ਪਰ ਕਹਿੰਦੇ ਉਸ ਮਿਠਾਸ ਦੀ, ਉਸ ਰਸ ਦੀ ਬਰਾਬਰੀ ਨਹੀਂ ਕਰ ਸਕਦੀਆਂ ਜਿਹੜਾ ਪਰਮੇਸ਼ਰ ਦੀ ਬੰਦਗੀ ਦੇ ਵਿੱਚ, ਉਹਦੀ ਇਬਾਦਤ ਦੇ ਵਿੱਚ ਜਾਂ ਉਹਦੇ ਵਿੱਚ ਲੀਨ ਹੋਇਆ ਹੁੰਦਾ ਹੈ। ਹੁਣ ਇਸ ਸ਼ਲੋਕ ਨੂੰ ਕੁਝ ਨੁਕਤਾ ਨਿਗਾਹ ਤੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਅਸੀਂ ਜੀਵਨ ਦੇ ਵਿੱਚ ਜਦੋਂ ਪ੍ਰਵੇਸ਼ ਪਾਉਂਦੇ ਹਾਂ ਤਾਂ ਸਰੀਰ ਦੇ ਜੀਵਨ ਦੀਆਂ ਅਵਸਥਾਵਾਂ ਕਰਕੇ ਸਾਨੂੰ ਹੌਲੀ ਹੌਲੀ ਬੋਧ ਹੋਣਾ ਸ਼ੁਰੂ ਹੁੰਦਾ ਹੈ। ਇੱਕ ਬੱਚੇ ਨੂੰ ਦੰਦ ਨਹੀਂ ਹਨ ਉਹਦੇ ਕੋਲ, ਉਹਦੇ ਕੋਲ ਭੁੱਖ ਹੈ, ਆਪਣੀ ਭੁੱਖ ਦੀ ਪੂਰਤੀ ਕਰਨੀ ਹੈ,
ਮਾਤਾ ਉਹਨੂੰ ਲਿਕੁਇਡ ਪਦਾਰਥ ਦਿੰਦੀ ਹੈ, ਖੀਰ, ਦੁੱਧ ਆਦਿਕ ਦੇ ਰੂਪ ਵਿੱਚ। ਹੁਣ ਦੁੱਧ ਆਦਿਕ ਦੇ ਰੂਪ ਵਿੱਚ, ਖੀਰ ਆਦਿਕ ਦੇ ਰੂਪ ਵਿੱਚ ਉਹਦੀ ਸਰੀਰਕ ਭੁੱਖ ਦੀ ਤ੍ਰਿਪਤੀ ਹੋ ਗਈ ਹੈ। ਪਰ ਸਰੀਰਕ ਭੁੱਖ ਦੀ ਤ੍ਰਿਪਤੀ ਹੋਣ ਤੋਂ ਪਹਿਲਾਂ ਜਦ ਉਹ ਵਸਤ ਗਲੇ ਵਿੱਚੋਂ ਗੁਜ਼ਰੀ ਹੈ, ਜ਼ੁਬਾਨ ਦੇ ਤਲ ਤੋਂ ਗੁਜ਼ਰੀ ਹੈ, ਜੀਭ ਦੇ ਜਿਹੜੇ ਰਸ ਦਾ ਬੋਧ ਕਰਾਉਣ ਵਾਲੇ ਨਿੱਕੇ ਨਿੱਕੇ ਤੰਤੂ ਨੇ, ਜਦੋਂ ਉਹਨਾਂ ਤੋਂ ਦੁੱਧ, ਖੀਰ ਜਾਂ ਹੋਰ ਕੋਈ ਵਸਤ ਗੁਜ਼ਰੀ ਹੈ, ਤਾਂ ਬੱਚੇ ਦੇ ਸਰੀਰ ਨੂੰ, ਉਹਦੇ ਜੀਵਨ ਨੂੰ ਇੱਕ ਅਨੁਭਵ ਹੋਇਆ ਹੈ ਕਿ ਬਾਹਰ ਕੁਝ ਰਸ ਨਾਲ ਭਰਿਆ ਹੈ, ਜਿਹੜਾ ਜੀਵਨ ਨੂੰ ਮਤਲਬ ਕਿ ਆਨੰਦਿਤ ਕਰਦਾ ਹੈ। ਰਸ ਦਾ ਵੈਸੇ ਇੱਕ ਅਰਥ ਇਹ ਵੀ ਹੁੰਦਾ ਹੈ ਕਿ ਆਨੰਦ ਦੇਣ ਵਾਲਾ। ਉਂਝ ਭੁੱਖ ਨੇ ਵਿਆਕੁਲ ਕੀਤਾ ਹੋਇਆ ਸੀ ਅਤੇ ਭੁੱਖ ਦੀ ਪੂਰਤੀ ਦੇ ਲਈ ਕੋਈ ਨਾ ਕੋਈ ਪਦਾਰਥ ਚਾਹੀਦਾ ਸੀ, ਪਰ ਜਿੱਥੇ ਪੂਰਤੀ ਕੀਤੀ ਉੱਥੇ ਨਾਲ ਇਹ ਵੀ ਅਨੁਭਵ ਬਣਿਆ ਕਿ ਬਾਹਰ ਦੇ ਵਿੱਚ ਕੁਝ ਮਿਠਾਸ ਹੈ। ਉਸ ਨੂੰ ਮਿਠਾਸ ਦਾ ਭਾਵ ਜਿਹੜੇ ਸਾਡੇ ਅੰਦਰ ਨੂੰ ਜਿਹੜਾ ਹੈ ਠਹਿਰਾਓ ਵਿੱਚ, ਖਿੜਾਓ ਵਿੱਚ ਲੈ ਆਉਂਦੀ ਹੈ। ਤਾਂ ਹੁਣ ਬਚਪਨ ਦੇ ਵਿੱਚ ਕੇਵਲ ਖਾਣ ਪੀਣ ਦੀਆਂ ਵਸਤਾਂ ਦੇ ਰਸ ਦਾ ਬੋਧ ਹੁੰਦਾ ਹੈ। ਬਹੁਤ ਘੱਟ ਬੱਚੇ ਹੁੰਦੇ ਹਨ ਜਾਂ ਬਹੁਤ ਘੱਟ ਇਸ ਤਰ੍ਹਾਂ ਦੇ ਜਿਹੜੀਆਂ ਘਟਨਾਵਾਂ ਹੁੰਦੀਆਂ ਹਨ ਕਿ ਬਚਪਨ ਦੇ ਵਿੱਚ ਕੋਈ ਬੱਚਾ ਕਿਸੇ ਅਧਿਆਤਮਿਕ ਰਸ ਦਾ, ਕਿਸੇ ਬੰਦਗੀ ਦੇ ਰਸ ਦਾ ਜਿਹੜਾ ਹੈ ਉਹ ਚਾਹਵਾਨ ਹੋ ਜਾਏ ਜਾਂ ਉਹਦਾ ਇੱਛਾਵਾਨ ਹੋ ਜਾਏ। ਇਸ ਕਰਕੇ ਜੋਬਨ ਦੀ ਬਚਪਨ ਦੀ ਅਵਸਥਾ ਲਗਭਗ ਖਾਣ ਪੀਣ ਦੇ ਤਲ 'ਤੇ ਪਦਾਰਥਾਂ ਦੇ ਬੋਧ ਵਿੱਚ ਵਿਚਰਦੀ, ਇਸ ਤੋਂ ਅੱਗੇ ਨਹੀਂ। ਤਾਂ ਕਰਕੇ ਬਾਣੀ ਵਿੱਚ ਵਾਕ ਆਉਂਦਾ ਨਾ ਕਿ 12 ਕੁ ਵਰਸ਼ ਤੱਕ ਬੱਚੇ ਨੂੰ ਤਾਂ ਖਾਣ ਪੀਣ ਦਾ ਹੀ ਆਹਰ ਹੁੰਦਾ ਹੈ, ਇਸ ਤੋਂ ਅੱਗੇ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੀਵਨ ਦੇ ਵਿੱਚ ਜਦ ਆਰੰਭ ਕਰੀਏ, ਰਸਾਂ ਦਾ ਬੋਧ ਹੋਇਆ ਬਚਪਨ ਦੇ ਵਿੱਚ ਪਦਾਰਥ ਖਾਣ ਕਰਕੇ, ਮਿੱਠੇ ਦਾ ਅਨੁਭਵ ਹੋਇਆ, ਕੌੜੇ ਦਾ ਹੋਇਆ, ਖੱਟੇ ਦਾ ਅਨੁਭਵ ਹੋਇਆ। ਅਤੇ ਇਹ ਅਨੁਭਵ ਇਕੱਲੇ ਅਨੁਭਵ ਨਹੀਂ ਰਹੇ, ਇਹ ਅਨੁਭਵ ਜੀਵਨ ਦੇ ਵਿੱਚ ਰਸ ਬਣਨਾ ਸ਼ੁਰੂ ਹੋ ਗਏ ਨੇ। ਹੁਣ ਰਸ ਕਿਵੇਂ ਬਣਦੇ ਨੇ? ਜ਼ਿਕਰ ਕੀਤਾ ਹੈ ਕਿ ਭੁੱਖ ਦੀ ਪੂਰਤੀ ਦੇ ਲਈ ਪਦਾਰਥ ਚਾਹੀਦਾ ਹੈ, ਪਰ ਉਹ ਪਦਾਰਥ ਨੇ ਭੁੱਖ ਦੀ ਪੂਰਤੀ ਕਰ ਦਿੱਤੀ ਹੈ, ਪਰ ਉਹਨੇ ਹੁਣ ਅੰਦਰ ਜਾਣ ਦੇ ਨਾਲ ਹੀ ਮਾਨਸਿਕਤਾ ਦੇ ਵਿੱਚ, ਸੁਭਾਅ ਦੇ ਵਿੱਚ, ਖਿਆਲ ਦੇ ਵਿੱਚ ਇੱਕ ਜਗ੍ਹਾ ਬਣਾ ਲਈ ਹੈ ਕਿ ਆਹ ਚੀਜ਼ ਮੈਨੂੰ ਸੰਤੋਖ ਪਹੁੰਚਾਉਂਦੀ ਹੈ ਜਾਂ ਮੈਨੂੰ ਆਨੰਦਿਤ ਕਰਦੀ ਹੈ। ਜਿਹੜੀ ਚੀਜ਼ ਆਨੰਦਿਤ ਕਰਦੀ ਹੈ ਉਹਨੂੰ ਮਨੁੱਖ ਨੇ ਮਿਠਾਸ ਦੀ ਸੰਗਿਆ ਦੇ ਦਿੱਤੀ, ਅਤੇ ਕਿਸੇ ਵਸਤੂ ਦਾ ਮਿੱਠੇ ਹੋਣ ਦਾ ਜਿਹੜਾ ਅੰਦਰ ਟਿਕ ਜਾਣਾ ਹੈ, ਇਸ ਨੂੰ ਰਸ ਕਿਹਾ ਜਾਂਦਾ ਹੈ। ਕੁਦਰਤੀ ਜੇ ਭੁੱਖ ਦੀ ਪੂਰਤੀ ਤੱਕ ਹੈ ਫਿਰ ਤਾਂ ਉਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ, ਪਰ ਹੁਣ ਰਸ ਕਰਕੇ ਉਹਦੇ ਨਾਲ ਇੱਕ ਨਾਤਾ ਬਣ ਗਿਆ, ਚਾਹੇ ਮਿੱਠਾ ਹੈ ਚਾਹੇ ਕੌੜੱਤਣ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬਚਪਨ ਦੇ ਵਿੱਚ ਪਹਿਲਾ ਅਨੁਭਵ ਪਦਾਰਥਕ ਰਸਾਂ ਦਾ ਹੁੰਦਾ ਹੈ ਕਿ ਕੋਈ ਪਦਾਰਥ ਖੱਟਾ ਹੈ, ਕੋਈ ਮਿੱਠਾ ਹੈ, ਕੋਈ ਕੌੜਾ ਹੈ। ਕਹਿੰਦੇ ਅੱਗੇ ਜਾ ਕੇ ਜਦੋਂ ਅਵਸਥਾ ਪਰਿਵਰਤਨ ਹੁੰਦੀ ਹੈ, ਬਚਪਨ ਤੋਂ ਜੋਬਨ ਅਵਸਥਾ ਵਿੱਚ ਪਰਿਵਰਤਿਤ ਹੁੰਦਾ ਹੈ, ਕਿਉਂਕਿ ਬਾਹਰਮੁਖੀ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ ਖਾਣ ਪੀਣ ਦੇ ਰਸਾਂ ਦੇ ਬੋਧ ਕਰਕੇ, ਪਰ ਜੋਬਨ ਅਵਸਥਾ ਦੇ ਵਿੱਚ ਰਸਾਂ ਦਾ ਪੱਧਰ ਬਦਲ ਜਾਂਦਾ ਹੈ। ਇਹਦੇ ਵਿੱਚ ਮਨੁੱਖ ਦੇ ਅੰਦਰ ਦੀ ਜਿਹੜੇ ਮਾਨਸਿਕਤਾ ਹੈ ਉਹਦਾ ਵਿਕਾਸ ਹੋਣਾ ਸ਼ੁਰੂ ਹੁੰਦਾ ਹੈ, ਅਤੇ ਵਿਕਾਰਾਂ ਦਾ ਬੋਧ ਪਹਿਲੀ ਦਫਾ ਹੁੰਦਾ ਹੈ। ਜੀਵਨ ਦੇ ਵਿੱਚ ਮਾਇਆ ਅਮਰ ਦਾ ਪ੍ਰਭਾਵ ਜੋਬਨ ਅਵਸਥਾ ਦੇ ਵਿੱਚ ਆ ਕੇ ਖਿੜਨਾ ਸ਼ੁਰੂ ਹੋ ਜਾਂਦਾ ਹੈ, ਅਤੇ ਆਪਣੇ ਆਪ ਨੂੰ ਪਦਾਰਥਾਂ ਦੇ ਰਸਾਂ 'ਚੋਂ ਥੋੜ੍ਹਾ ਬਹੁਤਾ ਪਰਾਂ ਕਰਕੇ ਅਤੇ ਆਪਣੇ ਇੰਦਰੀਆਂ ਦੇ ਰਸਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਹਦੇ ਵਿੱਚੋਂ ਨੇਤਰਾਂ ਦਾ, ਕੰਨਾਂ ਦਾ, ਹੋਰ ਸਾਰੇ ਕੁਝ ਦਾ ਜ਼ਿਕਰ ਆਉਂਦਾ ਹੈ। ਅਤੇ ਫਿਰ ਇਹ ਅੰਦਰਿਆਵੀ ਅਨੁਭਵ ਲੈਣੇ ਸ਼ੁਰੂ ਕਰ ਦਿੰਦਾ ਹੈ, ਭਾਵ ਕਿ ਵਿਕਾਰ ਖੁਰਾਕ ਬਣ ਜਾਂਦੇ ਨੇ ਜੀਵਨ ਦੇ ਵਿੱਚ। ਉਹੀ ਬਚਪਨ ਦੀ ਅਵਸਥਾ ਜਿਹਦੇ ਵਿੱਚ ਕਿਸੇ ਨਕਸ਼ ਦੇ ਪ੍ਰਤੀ ਮੋਹਿਤ ਨਹੀਂ ਸੀ ਹੁੰਦਾ, ਚਾਹੇ ਇਸਤਰੀ ਦਾ ਸੀ ਚਾਹੇ ਮਰਦ ਦਾ ਸੀ। ਯੋਬਨ ਅਵਸਥਾ ਦੇ ਵਿੱਚ ਆ ਕੇ ਮੋਹਿਤ ਹੋਣਾ ਸ਼ੁਰੂ ਹੋ ਗਿਆ, ਅਤੇ ਇਹ ਵੀ ਰਸ ਨੇ ਬੰਦੇ ਦੇ ਅੰਦਰ ਥਾਂ ਬਣਾਉਂਦੇ ਹਨ। ਇਸ ਤੋਂ ਅੱਗੇ ਗੁਜ਼ਰਿਆ ਆ ਗਿਆ ਆਪਣੀ ਗ੍ਰਸਥ ਅਵਸਥਾ ਦੇ ਵਿੱਚ, ਪਰਿਵਾਰਕ ਜ਼ਿੰਮੇਦਾਰੀਆਂ ਦੇ ਵਿੱਚ। ਇੱਥੇ ਧਨ ਦੀ ਪਕੜ ਦਾ ਰਸ ਬਣਿਆ। ਧਨ ਦੀ ਪਕੜ ਦਾ ਮਤਲਬ ਉਹ ਚਾਹੇ ਸੰਬੰਧੀ ਹੋਣ, ਚਾਹੇ ਪਦਾਰਥ ਹੋਵੇ, ਚਾਹੇ ਜਾਇਦਾਦ ਆਦਿਕ ਹੋਵੇ, ਚਾਹੇ ਕੋਈ ਵੀ ਸਿਲਸਿਲਾ ਹੋਵੇ, ਇੱਥੇ ਆ ਕੇ ਵੀ ਰਸ ਬਣਿਆ। ਜੀਵਨ ਦੇ ਵਿੱਚ ਬੜੇ ਇਹਨੂੰ ਸਕੂਨ ਪਹੁੰਚਾਉਂਦੇ ਨੇ, ਪਰ ਆਪਣੇ ਸਕੂਨ ਦਾ ਮੁੱਖ ਸਰੋਤ ਔਲਾਦ ਨੂੰ, ਪਤਨੀ ਨੂੰ ਮੰਨਦਾ ਹੈ। ਜੀਵਨ ਦੇ ਵਿੱਚ ਬੜਿਆਂ ਕੋਲ ਉਪਮਾ ਸੁਣਨ ਨੂੰ ਮਿਲਦੀ ਹੈ, ਪਰ ਜਿਹੜੇ ਸ਼ਾਬਾਸ਼ੀ ਭਰੇ ਜਾਂ ਕੁਝ ਉਸਤਤ ਭਰੇ ਖਿਆਲ ਪਰਿਵਾਰ ਕਹਿ ਦੇਵੇ, ਉਹਦੇ ਨਾਲ ਜ਼ਿਆਦਾ ਸੰਤੁਸ਼ਟ ਹੁੰਦਾ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੀਜਾ ਰਸ ਦਾ ਪੱਧਰ ਇੱਥੇ ਆ ਕੇ ਬਣਦਾ ਹੈ, ਅਤੇ ਬੁਢਾਪੇ ਦੇ ਵਿੱਚ ਆ ਕੇ ਵੀ ਕਹਿੰਦੇ ਕੁਝ ਰਸ ਬਾਕੀ ਰਹਿ ਜਾਂਦੇ ਹਨ,
ਭਾਵੇਂ ਸਰੀਰ ਉਹਨਾਂ ਦੇ ਮਾਫਕ ਨਹੀਂ ਹੁੰਦਾ, ਪਰ ਪੂਰਤੀ ਦੀ ਇੱਛਾ ਬਣੀ ਰਹਿੰਦੀ ਹੈ। ਇਸ ਕਰਕੇ ਪਹਿਲੀ ਦਫਾ ਰਸ ਦਾ ਹੋਇਆ ਅਨੁਭਵ ਸਾਰੀ ਜ਼ਿੰਦਗੀ ਰਸਾਂ ਦੇ ਵਿੱਚ ਗਲਤਾਨ ਰਹਿੰਦਾ ਹੈ ਅਤੇ ਮਨੁੱਖ ਦੇ ਵਿੱਚ ਚੱਲਦਾ ਰਹਿੰਦਾ ਹੈ। ਬਚਪਨ ਦੇ ਆਪਣੇ ਰਸ ਨੇ, ਜੋਬਨ ਅਵਸਥਾ ਦੇ ਆਪਣੇ ਨੇ, ਗ੍ਰਸਤ ਦੇ ਆਪਣੇ ਨੇ, ਬੁਢਾਪੇ ਦੇ ਆਪਣੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਜਦੋਂ ਇਹਨਾਂ ਰਸਾਂ ਵਿੱਚ ਬੰਦਾ ਭਰਮ ਜਾਂਦਾ ਹੈ, ਉਦੋਂ ਉਹਨੂੰ ਇਹ ਨਹੀਂ ਖਿਆਲ ਰਹਿੰਦਾ ਕਿ ਜਦੋਂ ਮੇਰਾ ਜੀਵਨ ਆਰੰਭ 'ਚ ਸ਼ੁਰੂ ਹੋਇਆ ਸੀ ਉਦੋਂ ਤਾਂ ਮੈਨੂੰ ਕੋਈ ਪ੍ਰਤੱਖ ਚੀਜ਼ ਦਿੱਤੀ ਨਹੀਂ ਗਈ, ਪਰ ਉਦੋਂ ਵੀ ਮੇਰਾ ਜੀਵਨ ਰਿਹਾ, ਉਦੋਂ ਕਿਹੜੇ ਆਧਾਰ ਦੇ ਨਾਲ ਮੇਰਾ ਜੀਵਨ ਚੱਲਦਾ ਰਿਹਾ। ਜਾਂ ਜਿਹੜੇ ਰੱਬੀ ਸਾਧਨਾ ਵਾਲੇ ਲੋਕ ਨੇ ਉਹ ਦੁਨਿਆਵੀ ਪਦਾਰਥਾਂ ਦੀ ਵੀ ਚਾਹਤ ਨਹੀਂ ਰੱਖਦੇ, ਵਕਾਰਾਂ ਦੀ ਤਰਫ ਵੀ ਉਹਨਾਂ ਦਾ ਖਿਆਲ ਨਹੀਂ ਹੁੰਦਾ, ਕਿਸੇ ਚੀਜ਼ਾਂ ਦੇ ਆਕਰਸ਼ਣ ਵਿੱਚ ਵੀ ਨਹੀਂ ਬੱਝੇ ਹੁੰਦੇ, ਅਤੇ ਫਿਰ ਵੀ ਉਹ ਇੱਕ ਬੜੇ ਵੱਡੇ ਆਨੰਦ ਵਿੱਚ ਰਹਿੰਦੇ ਹਨ, ਬੜੇ ਵੱਡੇ ਟਿਕਾਅ ਵਿੱਚ ਰਹਿੰਦੇ ਹਨ। ਉਹਨਾਂ ਦੇ ਕੋਲੋਂ ਕਿਹੜਾ ਰਸ ਹੈ? ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਗੱਲ ਸਮਝਣ ਦੇ ਵਿੱਚ ਆਉਂਦੀ ਹੈ। ਨੁਕਤਾ ਇਹ ਬਣਦਾ ਹੈ ਕਿ ਰਸ ਇੰਦਰੀ ਦਾ ਵਿਸ਼ਾ ਹੈ, ਇੰਦਰੀ ਦਾ ਵਿਸ਼ਾ ਹੈ। ਕੁਦਰਤੀ ਮਿਠਾਸ ਲੈਂਦੇ ਹਾਂ, ਮੂੰਹ ਦੇ ਵਿੱਚ ਕਿਤਨਾ ਸਮਾਂ ਠਹਿਰਦੀ ਹੈ। ਵੱਧ ਤੋਂ ਵੱਧ ਜੇ ਬਹੁਤਾ ਸਮਾਂ ਮੂੰਹ ਦੇ ਵਿੱਚ ਕੋਈ ਘੋਲੀ ਜਾਵੇ ਤਾਂ 1-2 ਮਿੰਟ ਬਾਅਦ ਜਦੋਂ ਗਲੇ ਤੋਂ ਗੁਜ਼ਰ ਗਈ ਤਾਂ ਇੰਦਰੀ ਦਾ ਰਸ ਫਿਰ ਖਾਲੀ ਦਾ ਖਾਲੀ, ਜ਼ੁਬਾਨ ਰਸ ਤੋਂ ਬਿਨਾਂ ਹੋ ਜਾਂਦੀ। ਕੁਝ ਕੁ ਸਮਾਂ ਜਦੋਂ ਤੱਕ ਜ਼ੁਬਾਨ ਦੇ ਉੱਪਰ ਉਹ ਚੀਜ਼ ਰਹੀ, ਉਹਦੇ ਬਾਰੀਕ ਰਸਾਇਣ ਵਾਲੇ ਤੰਤੂਆਂ ਨੇ ਅਨੁਭਵ ਕਰਾਇਆ ਕਿ ਮਿੱਠੀ ਹੈ, ਪਰ ਜਦੋਂ ਗਲੇ ਤੋਂ ਹੇਠਾਂ ਗੁਜ਼ਰ ਗਈ ਇਹਦਾ ਮਤਲਬ ਉਹਦਾ ਕੋਈ ਰਸ ਨਹੀਂ ਰਿਹਾ, ਉਹ ਸਰੀਰ ਦੇ ਕਿਸੇ ਅਗਲੇ ਪ੍ਰੋਸੈਸ ਵਿੱਚ ਸ਼ਾਮਲ ਹੋ ਗਈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਤਨੀਆਂ ਮਿੱਠੀਆਂ ਵਸਤੂਆਂ ਹਨ ਇਹ ਸਾਰੀਆਂ ਇੰਦਰੀ ਦੇ ਅਨੁਭਵ 'ਤੇ ਟਿਕੀਆਂ ਹਨ, ਅਤੇ ਖਿਆਲ ਰੱਖਣ ਯੋਗ ਹੈ ਕਿ ਇੰਦਰੀਆਂ ਦੇ ਰਸ ਨੂੰ ਮਨੁੱਖ ਸਾਰੀ ਜ਼ਿੰਦਗੀ ਪੂਰਾ ਕਰਦਾ ਰਹੇ ਤਾਂ ਵੀ ਹੀ ਇਹ ਅਤ੍ਰਿਪਤ ਰਹਿਣਗੀਆਂ। ਇਹ ਜੀਵਨ ਦਾ ਅਨੁਭਵ ਹੈ। ਇੰਦਰੀ ਦਾ ਮਤਲਬ ਅੱਖ, ਨੱਕ, ਕੰਨ, ਜੀਭ, ਚਮੜੀ, ਇਹ ਸਾਰੀ ਇੰਦਰੀਆਂ 'ਚ ਆਉਂਦੀਆਂ ਨੇ ਕਿ ਇਹਨਾਂ ਦੇ ਰਸ ਨੂੰ ਤੁਸੀਂ ਵਾਰ-ਵਾਰ ਵੀ ਪੂਰਾ ਕਰੋਗੇ, ਸੈਂਕੜੇ ਵਾਰ ਕਰੋਗੇ, ਕਰੋੜਾਂ ਵਾਰ ਕਰੋਗੇ। ਹੁਣ ਕੁਦਰਤੀ ਹੈ, ਮਿੱਠਾ ਬਚਪਨ ਤੋਂ ਖਾਣਾ ਸ਼ੁਰੂ ਕਰ ਦਿੰਦਾ ਬੰਦਾ। ਜ਼ਿੰਦਗੀ ਦੇ ਵਿੱਚ ਔਸਤਨ ਜੇ ਮਹੀਨੇ ਦੇ ਵਿੱਚ 1 ਕਿਲੋ ਵੀ ਖਾਵੇ ਤਾਂ 50 ਸਾਲਾਂ ਦੇ ਵਿੱਚ 50 ਕਿਲੋ ਮਿਠਾਸ ਖਾ ਜਾਂਦਾ ਹੋਏਗਾ। ਪਰ 50 ਕਿਲੋ ਮਿਠਾਸ ਖਾਣ ਤੋਂ ਬਾਅਦ ਵੀ ਮਿਠਾਸ ਦਾ ਕੁਝ ਖਿਆਲ ਜਿਹਾ ਚੇਤੇ ਹੈ, ਮੂੰਹ 'ਚ ਮਿਠਾਸ ਨਹੀਂ ਹੈ। ਉਹਦਾ ਅਨੁਭਵ ਕਰਨ ਦੇ ਲਈ ਫਿਰ ਕੋਈ ਮਿੱਠੀ ਵਸਤ ਮੂੰਹ ਦੇ ਵਿੱਚ ਪਾਏਗਾ, ਇਹਨੂੰ ਹੀ ਰਸ ਕਿਹਾ ਜਾਂਦਾ। ਅਤੇ ਬਾਬਾ ਫਰੀਦ ਸਾਹਿਬ ਜੀ ਨੇ, ਕਿਉਂਕਿ ਇਸ ਸ਼ਲੋਕ ਨੂੰ ਨਾ ਬੜੇ ਲੀਨੀਅਰ ਅਰਥਾਂ ਦੇ ਵਿੱਚ ਸਮਝਿਆ ਜਾਂਦਾ ਰਿਹਾ, ਮੈਂ ਆਪ ਵੀ ਬੜਾ ਸਮਾਂ ਪਹਿਲਾਂ ਇਹਦੇ ਅਰਥ ਕੁਝ ਹੋਰ ਕਲਪਨਾ ਕਰਦਾ ਰਿਹਾ। ਬਾਅਦ ਦੇ ਵਿੱਚ ਆਇਆ ਕਿ ਉਹਨਾਂ ਦੀ ਭਾਸ਼ਾ ਸਰਲ ਹੈ, ਬਾਬਾ ਫਰੀਦ ਸਾਹਿਬ ਜੀ ਦੀ ਭਾਸ਼ਾ ਸਰਲ ਹੈ, ਪਰ ਉਹਨਾਂ ਦੇ ਅੰਦਰਲਾ ਜਿਹੜਾ ਉਹਨਾਂ ਦਾ ਅਧਿਆਤਮਕ ਅਨੁਭਵ ਹੈ ਉਹ ਬੜਾ ਬਾਰੀਕ ਹੈ ਕਿ ਇਹ ਮਿੱਠੀਆਂ ਨੇ। ਹੁਣ ਕੁਦਰਤੀ ਹੈ, ਕੋਈ ਮਿਠਾਈ ਉਹਦਾ ਸਵਾਦ ਸਾਨੂੰ ਇੱਕ ਸੰਤੁਸ਼ਟਗੀ ਦਿੰਦਾ ਹੈ, ਇੱਕ ਆਨੰਦ ਦਿੰਦਾ ਹੈ, ਪਰ ਕਹਿੰਦੇ ਉਸ ਤੋਂ ਬਾਅਦ ਇਹ ਖਾਲੀ ਹੋ ਜਾਂਦੀ ਹੈ ਜੀਭ, ਫਿਰ ਮੰਗ ਕਰਦੀ ਹੈ, ਫਿਰ ਭਰ ਦਿਓ, ਫਿਰ ਮੰਗ ਕਰਦੀ ਹੈ, ਫਿਰ ਭਰ ਦਿਓ, ਸਿਲਸਿਲਾ ਚੱਲਦਾ ਰਹਿੰਦਾ, ਕਦੇ ਤ੍ਰਿਪਤ ਵਿੱਚ ਆਉਂਦੀ ਨਹੀਂ। ਅਤੇ ਜਿਹੜੀ ਚੀਜ਼ ਤ੍ਰਿਪਤ ਵਿੱਚ ਆਉਂਦੀ ਨਹੀਂ ਉਹਨੂੰ ਫਿਰ ਇਹਦਾ ਭਾਵ ਹੈ ਕਿ ਜੋ ਦੁਨੀਆ ਭਰ ਦੇ ਪਦਾਰਥ ਖਿਲਾ ਦੇ ਉਹ ਜਿਹੜੀ ਹੈ ਅਤ੍ਰਿਪਤ ਹੀ ਰਹੇਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਠੀਕ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਰਸ ਹੈ, ਇਹਨਾਂ ਚੀਜ਼ਾਂ ਦੇ ਵਿੱਚ ਮਿਠਾਸ ਦਾ ਇੱਕ ਰਸ ਹੈ, ਪਰ ਇਹ ਰਸ ਦੇ ਨਾਲ ਤੇਰਾ ਸਮੁੱਚਾ ਜੀਵਨ ਤ੍ਰਿਪਤ ਹੋਣ ਵਾਲਾ ਨਹੀਂ, ਸਮੁੱਚੇ ਤਲ 'ਤੇ ਤੂੰ ਤ੍ਰਿਪਤ ਹੋਣ ਵਾਲਾ ਨਹੀਂ। ਫਿਰ ਇਹਦੇ ਬਾਰ-ਬਾਰ ਲੈਣ ਦੀ ਜਿਹੜੀ ਹੈ ਹੋੜ ਬਣੀ ਰਹੇਗੀ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਸਭੇ ਵਸਤੂ ਮਿੱਠੀਆਂ। ਹੁਣ ਇੱਕ ਅਨੁਭਵ ਹੋ ਗਿਆ ਕਿ ਇਹ ਇੰਦਰਿਆਵੀ ਅਨੁਭਵ ਹੈ ਮਿਠਾਸ, ਅਤੇ ਇੰਦਰਿਆਵੀ ਅਨੁਭਵ ਸਦਾ ਹੀ ਅਧੂਰਾ ਰਹਿੰਦਾ ਹੈ। ਇਸ ਤੋਂ ਅਗਲਾ ਕਾਰਨ ਹੈ ਕਿ ਹੁਣ ਮਨੁੱਖ ਨੇ ਰਸਾਂ ਦੀ ਚੋਣ ਕਰਨੀ ਹੈ। ਹੁਣ ਮਨੁੱਖ ਦੇ ਕੋਲ ਹੈ, ਇੱਕ ਹੈ ਨਾਮ ਰਸ ਅਤੇ ਇੱਕ ਹੈ ਵਿਖਿਆ ਰਸ। ਇੱਕ ਰਸ ਨੂੰ ਸਰੀਰ ਦੇ ਅੰਦਰ ਭੇਜਿਆ ਹੈ। ਹੁਣ ਇੱਕ ਗੱਲ ਇੱਥੇ ਨੁਕਤਾ ਅਰਜ਼ ਕਰਦੇ ਹਾਂ, ਜਿੰਨੇ ਭੋਜਨ ਦੇ ਰਸ ਨੇ ਉਹ ਮਾਨਸਿਕ ਅਵਸਥਾ ਨੂੰ ਵੀ ਘੜਦੇ ਨੇ। ਜੀਵਨ ਦੇ ਵਿੱਚ ਕਦੇ ਇਸ ਗੱਲ ਤੋਂ ਅਚੇਤ ਨਾ ਰਹਿਣਾ। ਬਾਇਓਕੈਮੀਕਲ ਸਾਇੰਸ ਜੇ ਗੱਲ ਦੱਸਦੀਆਂ ਨੇ ਕਿ ਜਿਹੜਾ ਜੀਵਨ ਦੇ ਵਿੱਚ ਜਿਹੜੇ ਬੰਦਿਆਂ ਦੀ ਮਿਠਾਸ ਦੀ ਚਾਹਤ ਹੁੰਦੀ ਹੈ, ਉਹਨਾਂ ਦੇ ਅੰਦਰ ਜਿਹੜੇ ਇਮੋਸ਼ਨ ਹੁੰਦੇ ਨੇ ਉਹਨਾਂ ਦੀ ਥੋੜ੍ਹੀ ਜਿਹੀ ਫਲੈਕਸੀਕੇਸ਼ਨ ਬਣੀ ਰਹਿੰਦੀ ਹੈ, ਮਤਲਬ ਉਹਨਾਂ ਦੇ ਅੰਦਰ ਭਾਵਾਂ ਦੀ ਤਰਲਤਾ ਬਣੀ ਰਹਿੰਦੀ ਹੈ। ਇਹ ਕਦੇ ਗੌ ਦੇ ਨਾਲ ਵਾਚ ਲੈਣਾ ਕਿਸੇ ਦੇ ਅੰਦਰ। ਜਿਹੜੇ ਕੁੜੱਤਣ ਨੂੰ, ਮਿਰਚ ਆਦਿਕ ਨੂੰ ਪ੍ਰਮੁੱਖ ਰੱਖਦੇ ਨੇ ਉਹਨਾਂ ਦੇ ਅੰਦਰ ਜੀਵਨ ਦੇ ਕਈ ਪੱਖਾਂ ਨੂੰ ਲੈ ਕੇ ਬੜੀ ਤੀਖਣਤਾ ਹੁੰਦੀ ਹੈ।
ਉਹ ਰਸ ਐਵੇਂ ਨਹੀਂ ਲੈ ਰਹੇ ਹੁੰਦੇ ਵੀ ਬਹੁਤ ਜ਼ਿਆਦਾ ਮਿਰਚ ਖਾਈ ਜਾਣੀ ਜਾਂ ਬਹੁਤ ਜ਼ਿਆਦਾ ਮਿੱਠਾ ਖਾਈ ਜਾਣਾ। ਇਹ ਇਕੱਲਾ ਜ਼ੁਬਾਨ ਦਾ ਸਵਾਦ ਨਹੀਂ ਹੁੰਦਾ। ਬਾਇਓਕੈਮੀਕਲ ਸਾਇੰਸਿਸ ਦੱਸਦੀਆਂ ਨੇ ਕਿ ਜਿਹੜਾ ਵੀ ਚਾਹੇ ਮਿੱਠੇ ਦਾ ਚਾਹੇ ਕੌੜੇ ਦਾ ਬੰਦਾ ਅਨੁਭਵ ਕਰਦਾ ਹੈ, ਉਹਦੇ ਅੰਦਰ ਦੇ ਦੇਹ ਰਸਾਇਣ ਉਵੇਂ ਉਵੇਂ ਬਣਦੇ ਰਹਿੰਦੇ ਨੇ ਅਤੇ ਉਵੇਂ ਉਵੇਂ ਉਹਦਾ ਜਿਹੜਾ ਅਗਲਾ ਜਿਹੜਾ ਭਾਵ ਵਿਕਸਿਤ ਹੁੰਦਾ ਰਹਿੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ 2 ਤਰ੍ਹਾਂ ਦੇ ਰਸ ਨੇ ਜਗਤ ਵਿੱਚ ਮੌਜੂਦ, ਨਾਮ ਰਸ ਅਤੇ ਵਿਖਿਆ ਰਸ। ਹੁਣ ਮਨੁੱਖ ਨੇ ਚੋਣ ਕਰਨੀ ਹੈ, ਦੋਵਾਂ ਦੇ ਵਿੱਚ ਮਿਠਾਸ ਹੈ, ਕੁਦਰਤੀ ਹੈ, ਦੋਵਾਂ ਦੇ ਵਿੱਚ ਮਿਠਾਸ ਹੈ। ਫਿਰ ਮਨੁੱਖ ਕਹੇਗਾ ਫਰਕ ਕੀ ਹੈ? ਦੋਵਾਂ ਦੇ ਵਿੱਚ ਮਿਠਾਸ ਹੈ। ਇੱਕ ਦੀ ਮਿਠਾਸ ਜੀਵਨ ਦੇ ਵਿੱਚ ਸਹਿਜ ਲਿਆਉਂਦੀ ਹੈ, ਨਾਮ ਰਸ ਦੀ ਮਿਠਾਸ ਜੀਵਨ ਦੇ ਵਿੱਚ ਸਹਿਜ ਲਿਆਉਂਦੀ ਹੈ, ਠਹਿਰਾਓ ਲਿਆਉਂਦੀ ਹੈ, ਜੀਵਨ ਦੀ ਬਾਹਰੀ ਭਟਕਣ ਤੋਂ ਸ਼ਾਂਤ ਕਰਦੀ ਹੈ, ਤ੍ਰਿਸ਼ਨਾ ਨੂੰ ਖਤਮ ਕਰਦੀ ਹੈ, ਵਾਸਨਾ ਨੂੰ ਮੱਧਮ ਕਰਦੀ ਹੈ। ਪਰ ਵਿਖਿਆ ਰਸ ਜਿਹੜਾ ਹੈ ਉਹਦੀ ਮਿਠਾਸ ਜੀਵਨ ਨੂੰ ਹੋਰ ਉਤੇਜਿਤ ਕਰਦੀ ਹੈ। ਪ੍ਰਮਾਣ ਆਪਦੇ ਸਰਮੁਖ ਰੱਖਦੇ ਹਾਂ ਤਾਂ ਕਿ ਸਪਸ਼ਟ ਹੋ ਜਾਏ ਨਾਮ ਰਸ ਅਤੇ ਵਿਖਿਆ ਰਸ ਦੇ ਵਿੱਚ ਕੀ ਫਰਕ ਹੈ। ਕੁਦਰਤੀ ਹੈ, ਜਿਹੜਾ ਕੰਨਾਂ ਦੇ ਨਾਲ ਕਥਾ ਸੁਣ ਰਹੇ ਹਾਂ ਜਾਂ ਗਿਆਨ ਦੀ ਕੋਈ ਬਾਤ ਸੁਣ ਰਹੇ ਹਾਂ, ਇਹਦੇ ਵਿੱਚ ਕਿਸੇ ਦੀ ਸ਼ਖਸੀਅਤ ਦੇ ਗੁਣ ਔਗੁਣਾਂ ਦਾ ਜ਼ਿਕਰ ਨਹੀਂ ਹੈ, ਨਿਰੋਲ ਅਕਾਲ ਪੁਰਖ ਦੀ ਬਾਤ ਹੈ। ਇਹ ਇੱਕ ਪਹਿਲੇ ਨੁਕਤੇ ਤੋਂ ਬੇਰਸ ਲੱਗਦੀ ਹੈ ਕਿ ਇਹਦੇ 'ਚ ਕੋਈ ਰਸ ਹੀ ਨਹੀਂ ਹੈ। ਪਰ ਇਹਨੂੰ ਸੁਣਨ ਤੋਂ ਬਾਅਦ ਸਾਡੇ ਹਿਰਦੇ ਦੇ ਵਿਚਾਰ ਜਿਹੜੇ ਹਨ ਉਹ ਮੈਲ ਦੀ ਤਰਫ ਨਹੀਂ ਜਾਣਗੇ, ਕਿਉਂਕਿ ਅਸੀਂ ਕਿਸੇ ਮੈਨ ਸੈਂਟਰਡ ਚਰਚਾ ਕੀਤੀ ਨਹੀਂ ਹੈ। ਅਸੀਂ ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਛੋਟੇਪਣ ਨੂੰ ਛੱਡ ਕੇ ਆਪਣੀ ਸੁਰਤ ਦੇ ਤਲ 'ਤੇ ਉੱਚਾ ਹੋਣ ਦਾ ਯਤਨ ਕੀਤਾ ਗੁਰੂ ਸ਼ਬਦ ਦੀ ਰੌਸ਼ਨੀ ਵਿੱਚ। 45 ਮਿੰਟ ਇਹ ਸੁਣੀ ਹੈ, ਇਹ ਜੇ ਤਾਂ ਬੁੱਧੀ ਜਗਿਆਸੂ ਹੋਈ ਤਾਂ ਅੱਗੇ ਹੋਰ ਖਿਆਲ ਕਲਟੀਵੇਟ ਹੋਏਗਾ। ਪਰ ਜਿਹੜਾ ਹੈ ਮਨੁੱਖ ਦੇ ਅੰਦਰ ਅਸਹਿਜ ਨਹੀਂ ਬਣੇਗਾ। ਉਹਨੂੰ ਇਹ ਨਹੀਂ ਹੋਏਗਾ ਕਿ ਮੈਂ 45 ਮਿੰਟ ਕੋਈ ਗਲਤ ਵਿਚਾਰ ਅੰਦਰ ਭੇਜੇ ਨੇ ਅਤੇ ਮੇਰਾ ਅੰਦਰ ਪ੍ਰਭਾਵਿਤ ਹੋਇਆ ਹੈ। ਇਹ ਹੈ ਨਾਮ ਰਸ ਦਾ ਅਨੁਭਵ, ਜਿਹਨੂੰ ਸੁਣਨ ਦੇ ਨਾਲ ਅੰਦਰ ਪਵਿੱਤਰਤਾ ਬਣਦੀ ਹੈ, ਅੰਦਰ ਕੋਈ ਗਹਿਰੀ ਸਮਝ ਬਣਦੀ ਹੈ, ਅੰਦਰ ਠਹਿਰਾਓ ਪੈਦਾ ਹੁੰਦਾ ਹੈ। ਬੇਸ਼ੱਕ ਇਹ ਨੀਰਸ ਹੈ। ਦੂਜੇ ਪਾਸੇ ਵਿਖਿਆ ਰਸ ਦੇ ਅੰਤਰਗਤ ਨਿੰਦਿਆ ਸੁਣਨੀ ਹੈ। ਕਿਸੇ ਇੱਕ ਮਨੁੱਖ 'ਤੇ ਕੇਂਦਰਿਤ ਚਰਚਾ ਕੀਤੀ ਜਾਂਦੀ, ਉਹਦੇ ਔਗੁਣਾਂ ਦੇ ਬਾਰੇ ਬੜੀ ਤਫਸੀਲ ਦੇ ਨਾਲ ਬੋਲਿਆ ਜਾਂਦਾ ਹੈ। ਹੁਣ ਕੁਦਰਤੀ ਹੈ, ਜਦੋਂ ਉਹਦੀ ਨਿੰਦਿਆ ਭਰੀ ਚਰਚਾ ਸੁਣ ਲਈ ਹੈ ਅਤੇ ਉਸ ਬੰਦੇ ਦੀ ਸ਼ਖਸੀਅਤ ਦਾ ਜਿਹੜਾ ਨਕਸ਼ ਹੈ ਸਾਡੀ ਸੁਰਤ ਦੇ ਵਿੱਚ ਉਹ ਔਗੁਣਾਂ ਵਾਲਾ ਬਣ ਜਾਏਗਾ। ਅਤੇ ਰੋਜ਼ਾਨਾ ਇਸ ਤਰ੍ਹਾਂ ਦੀ ਜਿਹੜੀ ਚਰਚਾ ਸੁਣਨੀ ਹੈ ਔਗੁਣਾਂ ਦੀ ਨਿੰਦਿਆ ਭਰੀ, ਉਹਨੇ ਜਦ ਰਸ ਬਣ ਜਾਣਾ ਹੈ, ਫਿਰ ਜਦੋਂ ਰਸ ਬਣ ਗਈ ਫਿਰ ਸੁਣਨ ਨੂੰ ਜੀ ਕਰੇਗਾ। ਜਦੋਂ ਸੁਣਨ ਨੂੰ ਜੀ ਕਰਨ ਲੱਗ ਪਿਆ, ਫਿਰ ਕੁਦਰਤੀ ਹੈ ਕਿ ਨਿਮਨ ਖਿਆਲਾਂ ਦੀ ਖੁਰਾਕ ਬੰਦਾ ਨਿੰਦਿਆ 'ਚੋਂ ਲੈਂਦਾ ਹੈ ਅਤੇ ਜੀਵਨ ਨਿਮਨ ਹੋਣਾ, ਨੀਵਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਰਸ ਹੈ ਜਿਵੇਂ ਕੁਦਰਤੀ ਹੈ, ਨਸ਼ੇ ਦਾ ਰਸ ਹੈ। ਥੋੜ੍ਹੇ ਸਮੇਂ ਦਾ ਸਕੂਨ ਚਾਹੀਦਾ ਜੀ। ਮੈਂ ਦਿਮਾਗੀ ਤੌਰ 'ਤੇ ਜੀ ਚਿੰਤਾਵਾਂ ਤੋਂ ਰਾਹਤ ਚਾਹੁੰਦਾ, ਠੀਕ ਹੈ ਭਾਈ, ਤੂੰ ਦਿਮਾਗੀ ਤੌਰ 'ਤੇ ਚਿੰਤਾਵਾਂ ਤੋਂ, ਤਣਾਅ ਤੋਂ ਮੁਕਤ ਹੋਣਾ ਚਾਹੁੰਦਾ ਹੈ। ਪਰ ਇਸ ਤਣਾਅ ਮੁਕਤੀ ਦਾ ਜਿਹੜਾ ਤੂੰ ਬਦਲ ਲੱਭ ਰਿਹਾ ਨਸ਼ੇ ਦੇ ਵਿੱਚ, ਇਹ ਤੈਨੂੰ ਕੁਝ ਸਮੇਂ ਦਾ ਠਹਿਰਾਓ ਦੇ ਕੇ ਬਾਅਦ 'ਚ ਉਹਦੇ ਨੂੰ ਵੀ ਨੀਵਾਂ ਲੈ ਜਾਏਗਾ। ਬਾਣੀ 'ਚ ਵਾਕ ਆਉਂਦੇ ਨੇ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਦੁੱਖ ਪਾਵੈ, ਕਿ ਉਹਦਾ ਟੈਂਪਰਰੀ ਹੱਲ ਲੱਭ ਰਿਹਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾਮ ਰਸ ਅਤੇ ਵਿਖਿਆ ਰਸ ਦੇ ਵਿੱਚ ਬੰਦੇ ਨੂੰ ਫ਼ਰਕ ਕਰਨਾ ਪਏਗਾ। ਇਸ ਕਰਕੇ ਜੇ ਇਹ ਫ਼ਰਕ ਨਹੀਂ ਕਰ ਸਕਦਾ ਤਾਂ ਮਨੁੱਖ ਜ਼ਿੰਦਗੀ ਦੇ ਵਿੱਚ ਕਦੇ ਇਹ ਵੀ ਠੀਕ ਢੰਗ ਨਾਲ ਨਹੀਂ ਕਹਿ ਸਕਦਾ ਕਿ ਮੈਂ ਰਸਾਂ ਦੇ ਵਿੱਚ ਚੱਜ ਦੇ ਨਾਲ ਜੀਵਿਆ, ਕਿਉਂਕਿ ਬੜੇ ਜੀਵਨ ਦੇ ਬਾਰੀ ਰਸ ਹਨ, ਹਰੇਕ ਤਰ੍ਹਾਂ ਦਾ ਰਸ ਮੌਜੂਦ ਹੈ। ਅਤੇ ਰਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਸ ਚੀਜ਼ ਦੇ ਨਾਲ ਮਾਨਸਿਕ ਤੌਰ 'ਤੇ ਇੱਕ ਐਸਾ ਨਾਤਾ ਬਣ ਜਾਣਾ ਅਤੇ ਇਉਂ ਲੱਗਣ ਲੱਗ ਪੈਣਾ ਕਿ ਇਹਦੇ ਤੋਂ ਬਿਨਾਂ ਮੈਂ ਬਚਾਂਗਾ ਨਹੀਂ ਜਾਂ ਮੇਰਾ ਜੀਵਨ ਪੂਰਾ ਨਹੀਂ ਹੈ। ਰਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਕਿਸੇ ਚੀਜ਼ ਦੇ ਆਕਰਸ਼ਣ ਵਿੱਚ, ਉਹਦੇ ਭੁੰਚਣ ਵਿੱਚ, ਉਹਦੇ ਨਾਲ ਸੰਬੰਧਤਾ ਦੇ ਵਿੱਚ ਇਸ ਤਰ੍ਹਾਂ ਪੈ ਜਾਣਾ ਕਿ ਖਿਆਲ ਲੱਗਦਾ ਰਹਿਣਾ ਕਿ ਇਹਦੀ ਪੂਰਤੀ ਬਾਰ-ਬਾਰ ਹੁੰਦੀ ਰਹੇ ਤਾਂ ਹੀ ਠੀਕ ਹੈ, ਜੇ ਨਹੀਂ ਹੁੰਦੀ ਤਾਂ ਮੇਰਾ ਜੀਵਨ ਅਧੂਰਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਸਭੇ ਵਸਤੂ ਮਿੱਟੀਆਂ, ਨਾਮ ਰਸ ਦੇ ਵਿੱਚ ਕੀਰਤਨ ਆਉਂਦਾ ਹੈ, ਗਿਆਨ ਦੀ ਗਹਿਰੀ ਵਿਚਾਰ ਆਉਂਦੀ ਹੈ, ਆਪਣੇ ਆਪ ਦੀ ਦੀਰਘ ਵਿਚਾਰ ਆਉਂਦੀ। ਇਸ ਕਰਕੇ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਰਾਰਾ ਰਸ ਨਿਰਸ ਕਰ ਜਾਣਿਆ। ਬਾਬਾ ਫਰੀਦ ਸਾਹਿਬ ਜੀ ਨੇ ਰਮਜ ਰੱਖੀ ਹੈ ਰੱਬ ਨਾ ਪੁੱਜਣ ਤੁਧ। ਹੁਣ ਅਸੀਂ ਅਕਾਲ ਪੁਰਖ ਦੇ ਸੰਬੰਧ ਵਿੱਚ ਕੀ ਆਖਦੇ ਹਾਂ ਜੀ? ਉਹ ਨਿਰਾਕਾਰ ਹੈ, ਉਹ ਨਿਰੰਜਨ ਹੈ, ਇਸ ਤਰ੍ਹਾਂ ਦੇ ਵਾਕ ਆਖਦੇ ਹਾਂ ਕਿ ਉਹਦਾ ਉਹ ਕੋਈ ਆਕਾਰ ਨਹੀਂ, ਕੋਈ ਉਹਦਾ ਰੂਪ ਨਹੀਂ, ਕੋਈ ਰੰਗ ਨਹੀਂ।
ਹੁਣ ਉਹਦਾ ਕੋਈ ਰਸ ਵੀ ਨਹੀਂ। ਜੇ ਉਹਦਾ ਰੂਪ ਰੰਗ ਆਕਾਰ ਨਹੀਂ, ਉਹਦਾ ਕੋਈ ਰਸ ਵੀ ਨਹੀਂ ਹੈ, ਫਿਰ ਉਹਦੇ ਰਸ ਨੂੰ ਅਸੀਂ ਦੁਨਿਆਵੀ ਵਸਤਾਂ ਦੇ ਮਿਠਾਸ ਦੇ ਨਾਲ ਤਸ਼ਬੀਹ ਨਹੀਂ ਦੇ ਸਕਦੇ। ਬਾਣੀ 'ਚ ਇੱਕ ਵਾਕ ਆਉਂਦੇ ਹਨ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗੇ ਨੇ ਗੁੜ ਖਾਧਾ ਹੈ, ਹੁਣ ਉਹਦੀ ਮਿਠਾਸ ਦਾ ਅਨੁਭਵ ਨਹੀਂ ਦੱਸ ਸਕਦਾ। ਤਾਂ ਬਾਬਾ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਰਾ ਰਸ ਨਿਰਸ ਕਰ ਜਾਣਿਆ। ਮਿੱਠਾ ਖਾਂਦਿਆਂ, ਕੌੜਾ ਖਾਂਦਿਆਂ, ਵਿਕਾਰਾਂ ਦੇ ਰਸ ਮਾਨਸਿਕ ਤੌਰ 'ਤੇ ਭੋਗਦਿਆਂ ਸਮਝ ਆਈ ਕਿ ਇਹ ਸਾਰਾ ਤਾਂ ਮਨ ਦੇ ਤਲ ਦਾ ਜੀਵਨ ਜਿਉਂ ਰਹੇ ਹਾਂ, ਕਿਉਂਕਿ ਮਨ ਇੰਦਰੀਆਂ ਦੇ ਨਾਲ ਆਪਣਾ ਜੀਵਨ ਚਲਾਉਂਦਾ ਹੈ। ਜੀਵਨ ਨੂੰ ਭੁੱਖ ਦੀ, ਪੇਟ ਦੀ ਅਗਨ ਭੁੱਖ ਹੈ, ਉਹਨੂੰ ਪੂਰਾ ਕਰਨਾ ਹੈ, ਪਰ ਉਹਨੂੰ ਪੂਰਾ ਕਰਨ ਦੇ ਲਈ ਅੱਗੇ ਰਸ ਆ ਗਿਆ, ਇੰਦਰੀ ਆ ਗਈ। ਉਹਨੇ ਕਿਹਾ ਨਹੀਂ, ਇਹਨੂੰ ਕਿਸੇ ਗਲਤ ਪਦਾਰਥ ਦੇ ਨਾਲ ਪੂਰਾ ਕਰਦੇ ਹਾਂ। ਕਰਨੀ ਉਧਰ ਪੂਰਤੀ ਹੈ, ਭੁੱਖ ਦੀ ਪੂਰਤੀ ਕਰਨੀ ਹੈ, ਪਰ ਅੱਗੋਂ ਜਿਹੜਾ ਮਨ ਦਾ ਬਣਿਆ ਹੋਇਆ ਨੀਵੇਂਪਣ ਵਾਲਾ ਉਹਨੇ ਜੀਵਨ ਹੈ, ਉਹਨੇ ਕਿਹਾ ਹੈ ਕਿ ਕਿਸੇ ਮਾਸ ਆਦਿਕ ਪਦਾਰਥ ਦੇ ਨਾਲ ਕਰਦੇ ਹਾਂ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੇ ਅੰਤਰਗਤ ਖਿਆਲ ਆਇਆ ਸੀ, ਹੇਰਾ ਰੋਟੀ ਕਾਰਨੈ ਗਲਾ ਕਟਾਵੈ ਕੌਣ। ਕਿ ਤੇਰੀ ਉਧਰ ਪੂਰਤੀ ਦੇ ਲਈ ਪ੍ਰਕਿਰਤੀ 'ਚ ਬੜਾ ਕੁਝ ਮੌਜੂਦ ਹੈ, ਪਰ ਤੇਰੀ ਉਧਰ ਪੂਰਤੀ ਦੇ ਲਈ ਕਿਸੇ ਦੇ ਪ੍ਰਾਣ ਸੰਕਟ ਵਿੱਚ ਪੈ ਜਾਣ, ਇਹਦਾ ਮਤਲਬ ਤੇਰਾ ਰਸ ਕਿਸੇ ਦੇ ਲਈ ਮੁਸ਼ਕਲ ਬਣ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਇੱਕ ਜੀਵਨ ਦੀ ਲੋੜ ਹੈ, ਪਰ ਇੱਕ ਜੀਵਨ ਦਾ ਬਣਿਆ ਹੋਇਆ ਰਸ ਹੈ। ਕੁਦਰਤੀ ਉਧਰ ਪੂਰਤੀ ਕਰਨੀ ਹੈ, ਬੜਾ ਪਦਾਰਥ ਮੌਜੂਦ ਹੈ ਪ੍ਰਕਿਰਤੀ ਦੇ ਵਿੱਚ, ਪਰ ਕਿਸੇ ਜੀਵ ਦੇ ਸੰਕਟ ਉੱਪਰ ਦਾ ਮਤਲਬ ਉੱਥੋਂ ਤੱਕ ਲਿਜਾਣ ਵਾਲੀ ਚੀਜ਼ ਰਸ ਹੈ, ਅਤੇ ਰਸ ਹੀ ਬੰਦੇ ਨੂੰ ਜੀਵਨ ਦੇ ਵਿੱਚ ਭਟਕਾਉਂਦੇ ਨੇ। ਅਤੇ ਬਾਬਾ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਰਾ ਰਸ ਨਿਰਸ ਕਰ ਜਾਣਿਆ। ਇਹ ਜਾਣਿਆ ਕਿ ਤੇ ਇੰਦਰੀ ਦਾ ਰਸ ਹੈ, ਜ਼ੁਬਾਨ ਦਾ ਰਸ ਹੈ, ਅਤੇ ਜ਼ੁਬਾਨ ਨੂੰ ਮਨ ਨੇ ਜਿਹੜਾ ਹੈ ਤ੍ਰਿਸ਼ਨਾ ਦੀ ਪਾਹ ਲਾਈ ਹੋਈ ਹੈ, ਸਵਾਦਾਂ ਦੀ ਰੰਗਤ ਲਾਈ ਹੋਈ ਹੈ, ਅਤੇ ਇਹਨੂੰ ਹਰ ਤਰ੍ਹਾਂ ਦਾ ਸਵਾਦ ਚਾਹੀਦਾ। ਜੇ ਇਹਨੂੰ ਸਾਰੇ ਤਰ੍ਹਾਂ ਦੇ ਸਵਾਦ ਦਈ ਗਏ ਤਾਂ ਵੀ ਇਹਦੀ ਕੀ ਖਿਆਲ, ਕੀ ਇਹਦੀ ਪੁਸ਼ਟਗੀ ਹੈ ਕਿ ਇਹ ਤ੍ਰਿਪਤ ਰਹੇਗੀ, ਫਿਰ ਵੀ ਅਧੂਰੀ ਰਹੇਗੀ। ਇਸ ਕਰਕੇ ਕਹਿੰਦੇ ਨਿਰਸ ਕਰ ਜਾਣਿਆ, ਸਾਰੇ ਰਸਾਂ ਦਾ ਖਿਆਲ ਛੱਡ ਦਿੱਤਾ, ਮਿੱਠੇ ਦਾ ਵੀ, ਕੌੜੇ ਦਾ ਵੀ, ਵਿਕਾਰਾਂ ਦਾ ਵੀ, ਆਕਰਸ਼ਣ ਦਾ ਵੀ, ਸਾਰੇ ਤਰ੍ਹਾਂ ਦੇ ਰਸ ਛੱਡ ਦਿੱਤੇ। ਅਤੇ ਬਾਅਦ ਦੇ ਵਿੱਚ ਸੋਚਿਆ ਕਿ ਜੀਵਨ ਦੇ ਵਿੱਚ ਕੁਝ ਬਾਕੀ ਬਚਦਾ ਹੈ। ਤਾਂ ਕਹਿੰਦੇ ਬਾਅਦ ਦੇ ਵਿੱਚ ਸਮਝ ਆਇਆ ਕਿ ਇਹ ਰਸਾਂ ਦਾ ਬੋਧ ਸਾਨੂੰ ਬਾਹਰੋਂ ਹੋਇਆ ਸੀ, ਬਾਹਰੀ ਤਲ 'ਤੇ ਚੀਜ਼ਾਂ ਗ੍ਰਹਿਣ ਕੀਤੀਆਂ ਸਨ, ਫਿਰ ਰਸ ਦਾ ਬੋਧ ਹੋਇਆ ਸੀ। ਜਰਾ ਇਹਨਾਂ ਸਾਰਿਆਂ ਦੇ ਰਸਾਂ ਨੂੰ ਇੱਕ ਵਾਰੀ ਛੱਡ ਕੇ ਕੁਝ ਅੰਤਰੀਵ ਦੇ ਵਿੱਚੋਂ ਤਲਾਸ਼ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਹਿੰਦੇ ਫਿਰ ਸਮਝ ਆਈ ਕਿ ਇੱਕ ਰਸ ਬੰਦਗੀ ਦੇ ਵਿੱਚ ਵੀ ਪਿਆ ਹੈ। ਅਤੇ ਉਹ ਰਸ ਨੂੰ ਵੇਖੋ ਹੁਣ ਇੰਡੀਕੇਟ ਕੀਤਾ ਹੈ ਬਾਬਾ ਫਰੀਦ ਸਾਹਿਬ ਜੀ ਦੇ ਬਚਪਨ ਨੇ। ਇਹ ਜੀਵਨ ਦੇ ਵਿੱਚ ਕਦੇ ਆਪ ਜੀ ਨੂੰ, ਕਿਉਂਕਿ ਜਿਨ੍ਹਾਂ ਦੇ ਬਚਪਨ ਦੇ ਵਿੱਚ ਥੋੜ੍ਹੀ ਬਹੁਤੀ ਧਾਰਮਿਕ ਸਾਧਨਾ ਹੋਈ, ਉਹਨਾਂ ਨੂੰ ਇਹ ਨੁਕਤਾ ਸਮਝ ਆ ਸਕਦਾ ਹੈ ਕਿ ਬਚਪਨ ਦਾ ਜਿਹੜਾ ਅਧਿਆਤਮਿਕ ਸਾਧਨਾ ਦਾ ਐਕਸਪੀਰੀਅੰਸ ਹੈ, ਉਹ ਜਦੋਂ ਜੀਵਨ ਦੇ ਵੱਡੇ ਪੜਾਵਾਂ 'ਤੇ ਆਉਂਦੇ ਹਾਂ ਉਦੋਂ ਸਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਬਚਪਨ ਦੇ ਵਿੱਚ, ਕਿਉਂਕਿ ਉਹ ਘਟਨਾ ਨੂੰ ਅਸੀਂ ਬੜਾ ਹਲਕਾ ਕਹਿਣ ਲੱਗ ਪਏ ਹਾਂ, ਮੈਂ ਕੁਦਰਤੀ ਵਾਚਾ ਅਸੀਂ ਖੁਦ ਵੀ ਉਸ ਨੂੰ ਹਲਕਾ ਕਿਹਾ ਹੈ, ਪਰ ਉਹ ਇੰਨੀ ਗੱਲ ਹੈ ਨਹੀਂ। ਤਾਂ ਬਾਬਾ ਫਰੀਦ ਸਾਹਿਬ ਜੀ ਦੇ ਜਦੋਂ ਸ਼ੱਕਰ ਵਾਲੀ ਘਟਨਾ ਹੋਈ ਤਾਂ ਉਹਦੇ ਵਿੱਚ ਮੈਨੂੰ ਇੱਕ ਕੁਦਰਤੀ ਨੁਕਤਾ ਸਮਝ ਆਇਆ ਕਿ ਜਿਹੜੀ ਹੁਣ ਕੁਦਰਤੀ ਹੈ, ਅਸੀਂ ਕਿਤੇ ਵੀ ਬੈਠੀਏ, ਅਸੀਂ ਆਪਣੇ ਰਾਤ ਨੂੰ ਬੈੱਡ 'ਤੇ ਜਾਂਦੇ ਹਾਂ, ਕੋਈ ਜਰਾ ਜਿੰਨਾ ਛੋਟਾ ਜਿਹਾ ਕੋਈ ਕਿਸੇ ਅਨਾਜ ਦਾ ਦਾਣਾ ਵੀ ਹੋਵੇ ਨਾ, ਸਾਨੂੰ ਅਨੁਭਵ ਹੋ ਜਾਂਦਾ ਹੈ ਕਿ ਕੋਈ ਅੱਜ ਬਿਸਤਰ ਦੇ ਉੱਪਰ ਪੂਰੀ ਤਰ੍ਹਾਂ ਸਾਫ਼ ਨਹੀਂ ਹੈ, ਕੋਈ ਚੀਜ਼ ਪਈ ਹੋਈ ਹੈ। ਉਹ ਭਾਵੇਂ ਅੱਧੀ ਰਾਤ ਨੂੰ ਹੀ ਜਾ ਕੇ ਪਤਾ ਲੱਗੇ, ਲੱਗ ਜਾਂਦੀ ਹੈ, ਸਵੇਰੇ ਉੱਠਣ ਲੱਗਿਆ ਵੀ ਪਤਾ ਲੱਗੇ, ਲੱਗ ਜਾਂਦੀ ਹੈ, ਲਗਭਗ 2 ਦਿਨ ਬਾਅਦ ਪਤਾ ਲੱਗੇ, ਲੱਗ ਜਾਂਦੀ ਹੈ। ਹੁਣ ਕੁਦਰਤੀ ਹੈ, ਮੁਸੱਲੇ ਦੇ ਹੇਠਾਂ ਮਾਤਾ ਰੋਜ਼ ਸ਼ੱਕਰ ਦੀ ਪੁੜੀ ਰੱਖਦੀ ਹੈ, ਤਾਂ ਕੀ ਹੁਣ ਬੱਚੇ ਦਾ ਮਾਇੰਡ ਅਸੀਂ ਜਾਣਦੇ ਹਾਂ ਕਿ ਇੱਕ ਨੁਕਤੇ ਤੋਂ ਬੜਾ ਉਤਸੁਕ ਜਿਹਾ ਹੁੰਦਾ ਹੈ। ਹੁਣ ਕੁਦਰਤੀ ਮੁਸੱਲੇ ਦੇ ਥੱਲੇ ਮਿਠਾਸ ਦੀ ਪੁੜੀ ਪਈ ਹੁੰਦੀ ਗਈ, ਉਹ ਜਿੱਥੇ ਕੁ ਪਈ ਉੱਥੇ ਕੁ ਤਾਂ ਮੁਸੱਲਾ ਉੱਚਾ ਹੁੰਦਾ ਹੋਏਗਾ। ਕੁਦਰਤੀ ਹੈ, ਉਹਨਾਂ ਦੇ ਅਨੁਭਵ 'ਚ ਇਹ ਗੱਲ ਹੋਏਗੀ ਕਿ ਜਿਹੜੀ ਮਿਠਾਸ ਹੈ ਇਹ ਭਾਵੇਂ ਅਗਲਾ ਹੀ ਦੇ ਕੇ ਜਾਂਦਾ ਹੈ, ਪਰ ਪਈ ਤਾਂ ਮੁਸੱਲੇ ਹੇਠਾਂ ਹੁੰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜਿਸ ਦਿਨ ਉਹਨਾਂ ਦੀ ਮਾਤਾ ਨਹੀਂ ਰੱਖ ਸਕੀ, ਅਤੇ ਉਹਨਾਂ ਨੇ ਉਸ ਦਿਨ ਉਦਣ ਤੱਕ ਉਹਨਾਂ ਦੀ ਬੰਦਗੀ ਜਿਹੜੀ ਸੀ ਉੱਥੋਂ ਤੱਕ ਜਾ ਚੁੱਕੀ ਸੀ। ਅਤੇ ਇਹ ਘਟਨਾ ਵੀ ਤਾਂ ਵਾਪਰੀ, ਮਾਤਾ ਭੁੱਲੀ ਨਹੀਂ। ਜੇ ਮਾਤਾ ਭੁੱਲ ਜਾਂਦੀ ਤਾਂ ਕੁਝ ਹੋਰ ਸੀ। ਉਹਦੇ ਭੁੱਲਣ ਦਾ ਮਤਲਬ ਸੀ ਕਿ ਤੂੰ ਇਹਨੂੰ ਦੁਨੀਆ ਦੀਆਂ ਮਿੱਠੀਆਂ ਵਸਤਾਂ ਦਾ ਅਨੁਭਵ ਬੰਦਗੀ ਦੇ ਨਾਲ ਜੋੜ ਕੇ ਦੇ ਦਿੱਤਾ ਹੈ,
ਪਰ ਇਹਦੀ ਪੂਰਤੀ ਸਾਰੀ ਜ਼ਿੰਦਗੀ ਕਰਨੀ ਪੈਣੀ ਹੈ। ਅਤੇ ਬੰਦਗੀ ਦਾ ਰਸ ਇਹੋ ਜਿਹਾ ਨਹੀਂ ਜਿਹੜਾ ਰੋਜ਼-ਰੋਜ਼ ਘਟ ਜਾਏਗਾ। ਠੀਕ ਹੈ, ਮਾਤਾ ਨੇ ਬੜੀ ਉੱਤਮ ਪ੍ਰੇਰਣਾ ਕੀਤੀ ਹੈ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਚ ਪੈਦਾ, ਕਿ ਉਹਨਾਂ ਨੂੰ ਅਨੁਭਵ ਬੰਦਗੀ ਦਾ ਰਸ ਸ਼ੱਕਰ ਦੇ ਨਾਲ ਦਿੱਤਾ। ਵੇਖੋ, ਬਾਬਾ ਫਰੀਦ ਸਾਹਿਬ ਜੀ ਨੇ ਸ਼ੱਕਰ ਸ਼ਬਦ ਪਹਿਲਾਂ ਵਰਤਿਆ, ਇਹ ਵੀ ਇੱਕ ਨੁਕਤੇ ਆਉਂਦੇ ਹਨ। ਖੰਡ ਮਿਸ਼ਰੀ ਬਾਅਦ ਦੇ ਵਿੱਚ ਵਰਤੇ ਨੇ। ਉਹਨਾਂ ਨੇ ਪਹਿਲਾਂ ਕਿਹਾ ਕਿ ਪਹਿਲਾ ਅਨੁਭਵ ਹੈ ਉਹਦਾ। ਮਾਤਾ ਨੇ ਉੱਤਮ ਪ੍ਰੇਰਣਾ ਪੈਦਾ ਕੀਤੀ ਹੈ ਕਿ ਅਜੇ ਇਹਨੂੰ ਵੇਖੋ, ਅਸੀਂ ਆਰੰਭ 'ਚ ਗੱਲ ਕੀਤੀ, ਉਹ ਕੁਦਰਤੀ ਜੁੜ ਗਈ ਹੈ। ਬਚਪਨ ਦੇ ਵਿੱਚ ਕੇਵਲ ਪਦਾਰਥਾਂ ਦਾ ਬੋਧ ਹੁੰਦਾ, ਪਦਾਰਥਾਂ ਦੇ ਰਸਾਂ ਦਾ ਬੋਧ ਹੈ। ਬੱਚੇ ਨੂੰ ਨਹੀਂ ਪਤਾ ਕਾਮ ਕੀ ਹੁੰਦਾ, ਹੰਕਾਰ ਕੀ ਹੁੰਦਾ, ਉਹਨੂੰ ਨਹੀਂ ਪਤਾ। ਇਹ ਬਚਪਨ ਦੇ ਵਿੱਚ ਪਦਾਰਥਾਂ ਦਾ ਸਵਾਦ ਹੁੰਦਾ। ਹੁਣ ਮਾਤਾ ਨੂੰ ਆਪਣੇ ਬੱਚੇ ਦੀ ਅਵਸਥਾ ਦਾ ਪਤਾ ਹੈ ਕਿ ਇਹ ਅਜੇ ਤੱਕ ਕੇਵਲ ਪਦਾਰਥਾਂ ਦੇ ਰਸ ਤੱਕ ਚੱਲ ਰਿਹਾ ਹੈ, ਅਤੇ ਇਹਨੂੰ ਮਿਠਾਸ ਪ੍ਰਮੁੱਖ ਲੱਗਦੀ, ਚੰਗੀ ਲੱਗਦੀ ਹੈ। ਉਹਨੇ ਉਹਨੂੰ ਸ਼ੱਕਰ ਦੇ ਬਰਾਬਰ ਇੱਕ ਪਾਸੇ ਦੁਨਿਆਵੀ ਪਦਾਰਥ ਰੱਖ ਦਿੱਤਾ ਜਿਹਦੇ ਵਿੱਚ ਮਿਠਾਸ ਹੈ, ਅਤੇ ਉਹਦਾ ਆਈਡੀਆ ਬਣਾ ਦਿੱਤਾ ਕਿ ਅੱਲਾਹ ਤਾਲਾ ਸ਼ੱਕਰ ਦਿੰਦਾ ਹੈ। ਉਹਨੂੰ ਵੱਡੀ ਚੀਜ਼ ਦੇ ਨਾਲ ਜੋੜ ਦਿੱਤਾ। ਜਿਵੇਂ ਮੈਂ ਆਰੰਭ ਜ਼ਿਕਰ ਕੀਤਾ ਕਿ ਨਾਮ ਰਸ ਅਤੇ ਵਿਖਿਆ ਰਸ, ਇੱਕ ਗੁੜ ਤੋਂ ਸ਼ਰਾਬ ਬਣਦੀ ਹੈ, ਪਰ ਇੱਕ ਗੁੜ ਸ਼ੱਕਰ ਦੇ ਰੂਪ ਵਿੱਚ ਬਾਬਾ ਫਰੀਦ ਸਾਹਿਬ ਜੀ ਦੀ ਜ਼ਿੰਦਗੀ ਦਾ, ਬੰਦਗੀ ਦਾ ਮਾਰਗ ਬਣ ਗਿਆ। ਤਾਂ ਜਦੋਂ ਹੁਣ ਉਹਨਾਂ ਦੀ ਮਾਤਾ ਨੇ ਜੋੜ ਦਿੱਤਾ, ਅਤੇ ਜਿੱਦਣ ਉਹ ਭੁੱਲ ਗਏ ਤਾਂ ਇਹਨੂੰ, ਮੈਂ ਕਿਹਾ ਇਹਨੂੰ ਹਾਇਰ ਨੁਕਤੇ ਨਾਲ ਜੋੜਨਾ ਚਾਹੀਦਾ ਹੈ। ਜੇ ਭੁੱਲ ਜਾਈਏ ਤਾਂ ਫਿਰ ਇਹਦਾ ਮਤਲਬ ਹੈ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਉਹ ਯਾਦ ਵੀ ਆਪ ਕਰਾਉਂਦਾ ਅਤੇ ਭੁਲਾਉਂਦਾ ਵੀ ਆਪ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੀ ਜਦੋਂ ਬੰਦਗੀ ਬੜੀ ਗਹਿਰੀ ਬਣ ਗਈ, ਅਕਾਲ ਪੁਰਖ ਦੇ ਦਰ ਘਰ ਵਿੱਚ ਪ੍ਰਵਾਨ ਹੋ ਗਈ, ਅਤੇ ਮਾਲਕ ਨੇ ਜਾਣਿਆ ਕਿ ਹੁਣ ਇਹਨੂੰ ਮੈਂ ਆਪਣੇ ਪਰਮ ਰਸ ਦਾ, ਪਰਮ ਮਿਠਾਸ ਦਾ ਅਨੁਭਵ ਕਰਾਵਾਂ, ਤਾਂ ਕਿ ਰੋਜ਼ਾਨਾ ਮਾਤਾ ਦੇ ਰੱਖਣ ਦਾ ਵੀ ਇਹ ਸਿਲਸਿਲਾ ਰੁਕ ਜਾਏ ਅਤੇ ਇਹਦਾ ਰਸ ਘਟੇ ਨਾ। ਹੁਣ ਤਾਂ ਇਹ ਮਿਠਾਸ ਖਾਂਦਾ, ਜ਼ੁਬਾਨ ਤੋਂ ਹੇਠਾਂ ਗੁਜ਼ਰ ਜਾਂਦੀ ਹੈ, ਫਿਰ ਜ਼ੁਬਾਨ ਉਵੇਂ ਰਹਿ ਜਾਂਦੀ ਹੈ। ਹੁਣ ਉਸ ਗੱਲ ਦਾ ਅਨੁਭਵ ਕਰਾਉਣਾ ਹੈ ਕਿ ਇਹਦੀ ਮਿਠਾਸ ਘਟੇ ਨਾ। ਅਤੇ ਬਾਬਾ ਫਰੀਦ ਸਾਹਿਬ ਜੀ ਨੂੰ ਵਿਲਮ ਹੈ ਕਿ ਅੱਜ ਜਿਹੜੀ ਮਸੱਲਾ ਉੱਚਾ ਨਹੀਂ ਹੈ, ਅੱਜ ਜਿਹੜੀ ਹੈ ਹੇਠਾਂ ਸ਼ੱਕਰ ਦੀ ਪੁੜੀ ਰੱਖੀ ਪ੍ਰਤੀਤ ਨਹੀਂ ਹੋ ਰਹੀ। ਪਰ ਨਾ ਤਾਂ ਉਹਨਾਂ ਨੇ ਆਪਣੀ ਮਾਤਾ ਨੂੰ ਆਵਾਜ਼ ਮਾਰੀ, ਨਾ ਮਾਤਾ ਨੇ ਯਤਨ ਕੀਤਾ ਕਿ ਨਮਾਜ਼ ਸ਼ੁਰੂ ਹੋ ਗਈ ਅਤੇ ਕਾਹਲੀ ਦੇ ਨਾਲ ਮਸੱਲੇ ਹੇਠਾਂ ਰੱਖ ਦੇਵਾਂ। ਇਹ ਚੀਜ਼ਾਂ ਦੇ ਬਰੀਕ ਰੂਪ ਨੇ। ਮਾਤਾ ਵੀ ਭਰੋਸੇ ਵਿੱਚ ਹੈ ਕਿ ਕੋਈ ਨਾ, ਮੈਂ ਤਾਂ ਇਹਦਾ ਵੱਡਾ ਆਈਡੀਆ ਰੱਖਿਆ ਸੀ, ਅਤੇ ਇਬਾਦਤ ਕਰਨ ਵਾਲੇ ਬਾਬਾ ਫਰੀਦ ਸਾਹਿਬ ਜੀ ਭਰੋਸੇ ਦੇ ਵਿੱਚ ਹਨ ਕਿ ਜੇ ਅੱਜ ਮਾਤਾ ਨਹੀਂ ਰੱਖ ਸਕੀ, ਪਰ ਜਿਹੜੇ ਆਈਡੀਏ ਦੇ ਨਾਲ ਇਹਨੇ ਮਿਠਾਸ ਜੋੜੀ ਸੀ, ਭਲਾ ਦੇਖਦੇ ਹੋ ਅੱਜ ਕਿੱਧਰੋਂ ਆਉਂਦੀ ਹੈ ਕਿ ਨਹੀਂ ਆਉਂਦੀ। ਇਬਾਦਤ ਕਰਨ ਬੈਠ ਗਏ, ਜਦੋਂ ਇਬਾਦਤ ਕਰਨ ਤੋਂ ਬਾਅਦ ਉੱਠੇ, ਸ਼ੱਕਰ ਮੌਜੂਦ ਸੀ। ਹੁਣ ਕੁਦਰਤੀ ਹੈ, ਇਹ ਅਸੀਂ ਬਣਾਇਆ ਹੋਇਆ ਕਿ ਸ਼ੱਕਰ ਮੌਜੂਦ ਸੀ, ਪਰ ਹੋ ਸਕਦਾ ਉਸ ਦਿਨ ਜਿਹੜਾ ਜਿਵੇਂ ਜੀਵਨ ਦਾ, ਨਮਾਜ਼ ਪੜ੍ਹਨ ਦਾ ਇੱਕ ਐਸਾ ਰਸ ਹੋਇਆ ਜਿੰਨੇ ਸਾਰੇ ਜੀਵਨ ਦੇ ਵਿੱਚ। ਅਤੇ ਇਸ ਕਰਕੇ ਸੂਫੀਆਂ ਦੇ, ਉਹਨਾਂ ਦੇ ਬੜੇ ਵੱਡੇ ਮੁਰਸ਼ਿਦਾਂ ਨੇ ਇਹ ਗੱਲ ਉਹਨਾਂ ਦੇ ਮੁਰੀਦਾਂ ਨੇ ਉਹਨਾਂ ਦੇ ਸੰਬੰਧ 'ਚ ਆਖੀ ਹੈ ਕਿ ਉਸ ਦਿਨ ਦੀ ਨਮਾਜ਼ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦਾ ਸਾਰਾ ਜੀਵਨ ਹੀ ਸ਼ੱਕਰ ਦਾ ਖਜ਼ਾਨਾ ਹੋ ਗਿਆ। ਮਤਲਬ ਇੱਕ ਰੱਬ ਸ਼ਬਦ ਕਹਿਣਾ ਵੀ ਉਹਨਾਂ ਨੂੰ ਸ਼ੱਕਰ ਵਰਗਾ ਸਵਾਦ ਦੇਣ ਲੱਗ ਪਿਆ ਸੀ। ਇਹਨੂੰ ਦੋਵਾਂ ਨੁਕਤਿਆਂ ਤੋਂ ਸਮਝਿਆ ਜਾ ਸਕਦਾ ਹੈ। ਜੇ ਸ਼ਰਧਾ ਦੇ ਨੁਕਤੇ ਤੋਂ ਸਮਝਣਾ ਹੈ ਤਾਂ ਕਹਾਂਗੇ ਜੀ ਉਦਣ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਕੁਦਰਤੀ ਉਹ ਪੁੜੀ ਆਪਣੇ ਆਪ ਬਣ ਗਈ। ਹੁਣ ਮਨੁੱਖ ਪੁੱਛੇਗਾ ਕਿਵੇਂ ਬਣ ਗਈ। ਹੁਣ ਕੁਦਰਤੀ ਥੱਲੇ ਮਿੱਟੀ ਹੋਏਗੀ, ਅਤੇ ਮਿੱਟੀ ਤੱਤ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ, ਅਤੇ ਉਹਦੀ ਤਾਸੀਰ ਬਦਲ ਦਿੱਤੀ ਜਾਵੇ ਤਾਂ ਉਹ ਮਿੱਟੀ ਸ਼ੱਕਰ ਵਰਗੀ ਹੋ ਸਕਦੀ ਹੈ। ਆ ਬਚਪਨ ਦੇ ਵਿੱਚ ਬੱਚੇ ਮਿੱਟੀ ਖਾਂਦੇ ਨੇ, ਉਹ ਕਿਸੇ ਨਾ ਕਿਸੇ ਤੱਤ ਦੀ ਪੂਰਤੀ ਕਰਦੀ ਤਾਂ ਹੀ ਖਾਂਦੇ ਨੇ। ਹੁਣ ਕੁਦਰਤੀ ਉਹ ਮਿੱਟੀ ਤੱਤ ਪਰਮੇਸ਼ਰ ਦੇ ਹੁਕਮ ਵਿੱਚ ਹੈ, ਅਤੇ ਉਹਦਾ ਸ਼ੱਕਰ ਵਾਲਾ ਰੂਪ ਬਣਾ ਦਿੱਤਾ। ਜੇ ਇਹ ਨਹੀਂ ਮੰਨਣਾ ਤਾਂ ਮੰਨ ਲਿਆ ਜਾਵੇ ਕਿ ਉਹ ਨਮਾਜ਼ ਦੇ ਵਿੱਚੋਂ ਜਿਹੜੇ ਉਹਨਾਂ ਨੇ ਅੱਲਾਹ ਤਾਲਾ ਦੀ ਇਬਾਦਤ ਕੀਤੀ, ਉਹਦੀ ਉਸਤਤ ਕੀਤੀ, ਉਹਨੇ ਜੀਵਨ ਦੇ ਵਿੱਚ ਹੁਣ ਕੁਦਰਤੀ ਜਦੋਂ ਪਦਾਰਥ ਜ਼ੁਬਾਨ ਦੇ ਹੇਠਾਂ ਲੰਘਦਾ ਉਦੋਂ ਹੀ ਅਨੁਭਵ ਹੁੰਦਾ ਨਾ ਮਿੱਠਾ ਹੈ। ਜਦੋਂ ਉਹੀ ਨਮਾਜ਼ ਉਤਰ ਕੇ ਹਿਰਦੇ ਵਿੱਚ ਗਈ ਅਤੇ ਹਿਰਦੇ ਵਿੱਚ ਜਾ ਕੇ ਉਹਨਾਂ ਆਪਣਾ ਫੈਲਾਅ ਕੀਤਾ ਅਤੇ ਉਹਨੇ ਸ਼ੱਕਰ ਦੇ ਬਰਾਬਰ ਰਸ ਦਿੱਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਰੱਬ ਨਾ ਪੁੱਜਨ ਤੁਧ ਮੇਰੀ ਮਾਤਾ ਨੇ ਮਿਠਾਸ ਦਾ ਅਨੁਭਵ ਕਹਿੰਦੇ ਦਿੱਤਾ ਸੀ, ਪਰ ਉਹ ਅਨੁਭਵ ਇਹਦੇ ਬਰਾਬਰ ਨਹੀਂ ਪੁੱਜ ਸਕਿਆ। ਹੁਣ ਬੰਦਾ ਪੁੱਛੇਗਾ ਵਾਕਿਆ ਇੰਝ ਹੁੰਦਾ ਹੈ? ਜੀਵਨ 'ਚ ਵਾਕਿਆ ਹੀ ਹੁੰਦਾ ਹੈ। ਕਦੇ ਜੀਵਨ ਦੇ ਵਿੱਚ ਇਹਦੇ ਪ੍ਰਤੀ ਸੰਦਿਗਧ ਨਾ ਰਹਿਣਾ। ਆ ਕਈ ਕਲਾ ਵਾਲੇ ਬੰਦੇ ਦੇਖ ਲਓ, ਖਾਸ ਕਰਕੇ ਸੰਗੀਤ ਵਾਲੇ, ਕਈ ਵਾਰੀ ਇਹ ਆਪਣੀ ਸੰਗੀਤ ਵਾਦਨ ਦੇ ਵਿੱਚ, ਉਹਦੀ ਅਭਿਆਸ ਵਿੱਚ ਇੰਨਾ ਜ਼ਿਆਦਾ ਖੋ ਜਾਂਦੇ ਨੇ, ਇੰਨਾ ਜ਼ਿਆਦਾ ਲਿਪਾਏਮਾਨ ਹੋ ਜਾਂਦੇ ਨੇ, ਇੰਨਾ ਜ਼ਿਆਦਾ ਵਿਲੀਨ ਹੋ ਜਾਂਦੇ ਨੇ, ਕਈ ਦਿਨਾਂ ਤੱਕ ਪਾਣੀ ਤੱਕ ਦੀ ਸੁੱਧ ਵੀ ਨਹੀਂ ਪਰਤਦੀ। ਹੁਣ ਬੰਦਾ ਕਹੇਗਾ ਕਿਉਂ ਨਹੀਂ ਪਰਤਦੀ? ਇਹਦਾ ਵੀ ਅਨੁਭਵ ਆਪਦੇ ਸਨਮੁਖ ਰੱਖਦਿਆਂ ਰੋਜ਼ਾਨਾ ਕੀਰਤਨ ਸੁਣਨ ਦੇ ਨਾਲ, ਕਿਉਂਕਿ ਕੀਰਤਨ ਦੇ ਵਿੱਚ ਉਸ ਚੀਜ਼ ਦਾ ਜ਼ਿਕਰ ਹੈ
ਜਿਹੜੀ ਸਾਡੀ ਆਮ ਸੁਰਤ ਵਿੱਚ ਨਹੀਂ ਹੈ। ਅਸੀਂ ਅਕਾਲ ਪੁਰਖ ਦਾ ਹਰ ਵੇਲੇ ਜ਼ਿਕਰ ਨਹੀਂ ਕਰਦੇ, ਉਹਦੇ ਗੁਣਾਂ ਦਾ ਹਰ ਵੇਲੇ ਜ਼ਿਕਰ ਨਹੀਂ ਕਰਦੇ, ਉਹਦੀ ਹਸਤੀ ਬਾਰੇ ਹਰ ਵੇਲੇ ਨਹੀਂ ਵਿਚਾਰਦੇ। ਇਸ ਕਰਕੇ ਕੀਰਤਨ ਦੇ ਵਿੱਚ ਉਹਦਾ ਜ਼ਿਕਰ ਹੈ ਜੋ ਸਾਰਿਆਂ ਦਾ ਸਿਰਮੌਰ ਹੈ, ਉਹਦਾ ਜ਼ਿਕਰ ਹੈ ਜਿਹਨੂੰ ਪਵਿੱਤਰਤਾ ਦਾ ਸੋਮਾ ਕਿਹਾ ਜਾਂਦਾ ਹੈ, ਉਹਦਾ ਜ਼ਿਕਰ ਹੈ ਜਿਹਨੂੰ ਪਰਮ ਰਸ ਕਿਹਾ ਜਾਂਦਾ ਹੈ। ਤਾਂ ਅਨੁਭਵ ਇਹ ਕਿ ਜਦੋਂ ਬੰਦਾ ਕੀਰਤਨ ਦੇ ਵਿੱਚ ਗਹਿਰਾ ਉਤਰਦਾ ਹੈ ਅਤੇ ਕੀਰਤਨ ਦੇ ਵਿੱਚ ਇਬਾਦਤ ਦੇ ਵਿੱਚ ਗਹਿਰਾ ਉਤਰਨ ਦੇ ਨਾਲ ਉਹਦੀ ਦੇਹ ਦੇ ਰਸਾਇਣ ਪਰਿਵਰਤਨ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਕਈ ਵਾਰੀ ਅਸੀਂ ਆਹ ਨੁਕਤੇ ਸਾਨੂੰ ਸਮਝ ਨਹੀਂ ਆਉਂਦੇ ਜੀ, ਆਹ ਗੀਤ ਸੰਗੀਤ ਨੂੰ ਮਾੜਾ ਅਸੀਂ ਕਹੀ ਜਾਂਦੇ ਹਾਂ ਜੀ, ਇਹ ਮਾੜਾ ਚੱਲ ਰਿਹਾ, ਪਰ ਸਾਨੂੰ ਸਮਝ ਨਹੀਂ ਆਉਂਦੀ ਵੀ ਮਾੜਾ ਕਹਿਣਾ ਕਿਵੇਂ ਹੈ। ਗੱਲ ਇਵੇਂ ਹੈ ਕਿ ਜਿਵੇਂ ਦੇ ਖਿਆਲ ਸੰਗੀਤ ਵਿੱਚ ਪਾ ਕੇ ਦਿੱਤੇ ਜਾਂਦੇ ਨੇ, ਉਵੇਂ ਦਾ ਜਿਹੜਾ ਮਨ ਹੈ ਉਹ ਉਹਦਾ ਕਲਪਨਾ ਰੂਪ ਬਣਾਉਣਾ ਸ਼ੁਰੂ ਕਰ ਦਿੰਦਾ। ਇਹ ਚੀਜ਼ ਨੂੰ ਬੜੀ ਬਾਰੀਕੀ ਨਾਲ ਸਮਝੋ, ਹੋਰ ਬੜੇ ਚੀਜ਼ਾਂ ਦੇ ਵਿੱਚ ਰੈਲੇਵੈਂਟ ਹੋਏਗੀ। ਜਦੋਂ ਅਸੀਂ ਕੋਈ ਸੰਗੀਤਕ ਢੰਗ ਦੇ ਨਾਲ ਕੋਈ ਚੀਜ਼ ਸੁਣਦੇ ਹਾਂ ਤਾਂ ਉਹ ਸਾਡੇ ਅੰਦਰ ਕਲਪਨਾ ਪੈਦਾ ਕਰਦੀ ਹੈ, ਅਤੇ ਕਲਪਨਾ ਜਿਵੇਂ ਦੀ ਪੈਦਾ ਹੋਵੇਗੀ ਉਵੇਂ ਦਾ ਬੰਦੇ ਦੇ ਅੰਦਰ ਨਕਸ਼ ਬਣਨਾ ਸ਼ੁਰੂ ਹੁੰਦਾ। ਜਿਵੇਂ ਬੱਚੇ ਨੇ ਵਿਖਿਆ ਦਾ ਗੀਤ ਸੁਣਿਆ ਹੈ, ਜਿਵੇਂ ਪੰਜਾਬੀ ਸੰਗੀਤ 'ਚ ਭੱਦੇ ਸ਼ਬਦ ਅੱਜ ਕੱਲ੍ਹ ਬੜੇ ਚੱਲ ਰਹੇ ਨੇ, ਉਹ ਜਦੋਂ ਸ਼ਬਦ ਕੰਨ 'ਚ ਪੈਂਦਾ ਹੈ ਅਤੇ ਉਹ ਬੰਦੇ ਦੀ ਇਮੈਜੀਨੇਸ਼ਨ ਨੂੰ ਥੋੜ੍ਹਾ ਫੋਰਸ ਦਿੰਦਾ ਹੈ ਅਤੇ ਬੰਦਾ ਸੋਚਦਾ ਹੈ ਕਿ ਇੰਜ ਦਾ ਕੁਝ ਹੈਗਾ ਵੀ ਹੈ। ਜਦੋਂ ਇਸ ਤਰ੍ਹਾਂ ਦੀ ਇਮੈਜੀਨੇਸ਼ਨ ਪੈਦਾ ਕਰਦਾ ਅਤੇ ਉਹਦੇ ਜੀਵਨ ਦੀ ਮਾਈਂਡ, ਉਹਦੇ ਜੀਵਨ ਦਾ ਇਮੋਸ਼ਨ ਉਹਦੇ ਨਾਲ ਜੁੜਨ ਲੱਗ ਪੈਂਦੇ ਨੇ ਅਤੇ ਉਸ ਚੀਜ਼ ਦੀ ਤਲਾਸ਼ ਕਰਨ ਲੱਗ ਪੈਂਦਾ ਹੈ, ਅਤੇ ਤਲਾਸ਼ ਨਜਾਇਜ਼ ਹੁੰਦੀ ਹੈ। ਜਦੋਂ ਉਸ ਤਲਾਸ਼ ਤੱਕ ਪੁੱਜ ਜਾਂਦਾ ਅਤੇ ਉਹਦਾ ਜੀਵਨ ਗਿਰਾਵਟ ਵੱਲ ਚਲਿਆ ਜਾਂਦਾ। ਪਰ ਦੂਜੀ ਤਰਫ ਜਦੋਂ ਕੀਰਤਨ ਦੇ ਵਿੱਚ ਬੰਦੇ ਦੀ ਸੁਰਤ ਉੱਚੀ ਹੁੰਦੀ ਹੈ, ਉਹਨੂੰ ਠਹਿਰਾਓ ਮਿਲਦਾ। ਠਹਿਰਾਓ ਕਿਵੇਂ ਮਿਲਦਾ ਇਹ ਵੀ ਦੱਸ ਦਿਆਂ। ਹੁਣ ਕੁਦਰਤੀ ਬੰਦਾ ਦੁਨੀਆਦਾਰਾਂ ਦੇ ਆਸਰਿਆਂ ਤੋਂ ਨਿਰਾਸ਼ ਹੋ ਜਾਵੇ ਨਾ, ਉਹਨੂੰ ਕੀਰਤਨ ਦੇ ਵਿੱਚ ਅਸੀਂ ਸ਼ਬਦ ਦੇ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹੁਣ ਇਹ ਸ਼ਬਦ ਹੈ, ਦੁਨੀਆ ਨੇ ਇਹਦੇ ਅੰਦਰ ਸੈਡਨੈਸ ਪੈਦਾ ਕਰ ਦਿੱਤੀ ਹੈ, ਦੁਨਿਆਵੀ ਜਿਹੜੇ ਆਸਰੇ ਨੇ, ਪਰ ਸ਼ਬਦ ਦੇ ਵਿੱਚੋਂ ਇਸ ਰਸ ਨੇ ਮਨੁੱਖ ਦੇ ਅੰਦਰ ਨੂੰ ਰਿਪੇਅਰ ਕਰਨਾ ਹੈ, ਜਿਹੜਾ ਉਹਦਾ ਦੁਨੀਆਦਾਰੀ ਤੋਂ ਭਰੋਸਾ ਟੁੱਟ ਗਿਆ, ਜਿਹੜਾ ਦੁਨੀਆਦਾਰੀ ਤੋਂ ਨਿਰਾਸ਼ ਹੋ ਗਿਆ ਹੈ। ਅਤੇ ਸ਼ਬਦ ਦੇ ਕੀਰਤਨ ਨੇ ਉਹਨੂੰ ਅਸਮਾਨ ਦੇ ਨਾਲ ਜੋੜ ਦਿੱਤਾ ਹੈ ਕਿ ਉਹ ਬੜਿਆਂ ਦੀ ਲਾਜ ਰੱਖਦਾ ਹੈ, ਉਹ ਹਰ ਇੱਕ ਹਸਤੀ ਨੂੰ ਪਾਲਦਾ ਹੈ। ਇਸ ਕਰਕੇ ਕੀਰਤਨ ਦੇ ਨਾਲ ਬੰਦੇ ਦੇ ਸਾਰੇ ਹਿੱਸੇ ਹੌਲੀ ਹੌਲੀ ਅੰਮ੍ਰਿਤ ਵਰਗੇ ਹੋਣੇ ਸ਼ੁਰੂ ਹੋ ਜਾਂਦੇ ਨੇ, ਅਤੇ ਕੀਰਤਨ ਦੇ ਵਿੱਚ ਗਹਿਰਾ ਉਤਰਨ ਵਾਲਾ ਬੰਦਾ, ਉਹਦੀ ਦੇਹ ਦਾ ਰਸਾਇਣ ਪੂਰਾ ਹੀ ਪਰਿਵਰਤਨ ਹੋ ਜਾਂਦਾ। ਦੇਹ ਦੇ ਰਸਾਇਣ ਦਾ ਮਤਲਬ ਹੈ, ਹੁਣ ਇਹਨੂੰ ਸਰਲ ਕਹਿਣਾ ਹੋਵੇ, ਸਾਨੂੰ ਭੁੱਖ ਰੋਜ਼ਾਨਾ ਕਿਉਂ ਲੱਗਦੀ ਹੈ? ਕੁਦਰਤੀ ਵਿਗਿਆਨਕ ਨੁਕਤੇ ਤੋਂ ਕਹੋ ਕਿ ਸਰੀਰ ਦੇ ਅੰਦਰ ਜੋ ਵੀ ਅਸੀਂ ਲਿਕੁਇਡ ਜਾਂ ਸਾਰਾ ਕੁਝ ਭੇਜਦੇ ਹਾਂ, ਪਚਣ ਤੋਂ ਬਾਅਦ ਜਿਹੜੀ ਸਾਡੀ ਜਠਰ ਅਗਨੀ ਹੈ ਉਹ ਬਿਲਕੁਲ ਖਾਲੀ ਰਹਿ ਜਾਂਦੀ ਹੈ, ਅਤੇ ਫਿਰ ਉਹ ਜਲਣਾ ਸ਼ੁਰੂ ਕਰ ਦਿੰਦੀ ਹੈ, ਫਿਰ ਸਾਨੂੰ ਭੁੱਖ ਦੀ ਲੋੜ ਮਹਿਸੂਸ ਹੁੰਦੀ ਹੈ। ਅਤੇ ਇੰਝ ਹੀ ਜਦੋਂ ਕੀਰਤਨ ਦੇ ਰਸ ਦੁਆਰਾ ਮਨੁੱਖ ਦੇ ਸਾਰੇ ਹਿੱਸੇ ਠਹਿਰਾਓ ਵਿੱਚ ਆ ਜਾਂਦੇ ਨੇ। ਸਾਰੇ ਹਿੱਸੇ ਠਹਿਰਾਓ ਵਿੱਚ ਕਿਵੇਂ ਆਉਂਦੇ ਹਨ? ਕੁਦਰਤੀ ਹੈ ਕਿ ਜਦੋਂ ਵਿਖਿਆ ਰਸ ਦੇ ਤਹਿਤ ਕਿਸੇ ਇਸਤਰੀ ਦੇ ਨਕਸ਼ ਨੂੰ ਦੇਖਿਆ ਅਤੇ ਦੇਖਿਆ ਕਾਮ ਦੀ ਮਲੀਨਤਾ ਦੇ ਨਾਲ, ਪਰ ਕੀਰਤਨ ਦੇ ਨਾਲ ਗਹਿਰਾ ਉਤਰਨ ਦੇ ਕਰਕੇ ਜਦੋਂ ਹਿਰਦੇ ਦਾ ਠਹਿਰਾਓ ਬਣ ਗਿਆ, ਅੰਮ੍ਰਿਤ ਰਸ ਬਣ ਗਿਆ, ਉਦੋਂ ਜੈਂਡਰ ਦਾ ਅਤੇ ਵਾਸਨਾ ਦਾ ਭੇਦ ਮੁੱਕ ਜਾਂਦਾ ਹੈ ਅਤੇ ਬੰਦਾ ਸਾਰਿਆਂ ਨੂੰ ਪਰਮੇਸ਼ਰ ਰੂਪ ਜਾਣਦਾ ਹੈ, ਉਹਦੀ ਦ੍ਰਿਸ਼ਟੀ ਦੀ ਮੈਲ ਉਤਰ ਜਾਂਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੀਰਤਨ ਦਾ ਬਣਿਆ ਹੋਇਆ ਗਹਿਰਾ ਅਨੁਭਵ ਜੀਵਨ ਦੇ ਵਿੱਚ ਠਹਿਰਾਓ ਲਿਆਉਂਦਾ ਹੈ। ਜਿਹੜਾ ਨਿੰਦਿਆ ਦਾ ਬਣਿਆ ਹੋਇਆ ਰਸ ਉਹਨੂੰ ਕੱਟਦਾ ਹੈ ਅਤੇ ਬੰਦੇ ਦੇ ਅੰਦਰ ਉਸਤਤ ਸੁਣਨ ਦਾ ਰਸ ਪੈਦਾ ਹੁੰਦਾ ਹੈ। ਜਿਹੜੇ ਦੇਖਣ ਦੀ ਕਾਮੁਕਤਾ ਦਾ ਰਸ ਹੁੰਦਾ ਹੈ ਉਹ ਖਤਮ ਹੋ ਕੇ ਮਾਲਕ ਦੇ ਰੂਪ ਵਿੱਚ ਦੇਖਣ ਦੀ ਚਾਹਤ ਪੈਦਾ ਹੋ ਜਾਂਦੀ, ਚਾਹੇ ਇਸਤਰੀ ਹੈ, ਚਾਹੇ ਮਰਦ ਹੈ, ਚਾਹੇ ਪਸ਼ੂ ਪੰਛੀ ਹਨ। ਜਿਹੜਾ ਜੀਵਨ ਦੇ ਵਿੱਚ ਸਪਰਸ਼ ਦਾ ਜਿਹੜਾ ਅਨੈਤਿਕ ਕਿਸਮ ਦਾ ਰਸ ਹੈ ਉਹ ਗੁਰਸਿੱਖਾਂ ਦੀ ਚਰਨ ਧੂੜੀ ਦੇ ਵਿੱਚ ਤਬਦੀਲ ਹੋ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਪ੍ਰਭੂ ਭਗਤੀ, ਉਹਨੇ ਕਿਹਾ ਰੱਬ ਨਾ ਪੂਜਨ ਤੁਧ। ਹੁਣ ਕਈ ਇਹਨਾਂ ਚੀਜ਼ਾਂ ਦੇ ਅਨੁਭਵ ਅਸੀਂ, ਕਿਉਂਕਿ ਅਸੀਂ ਗਹਿਰੇ ਕਮਾਉਂਦੇ ਨਹੀਂ ਹਾਂ, ਅਸੀਂ ਜੀਵਨ ਦੇ ਵਿੱਚ, ਕਿਉਂਕਿ ਸਾਡਾ ਕਿਸੇ, ਜੇ ਪੰਜਾਬ ਦਾ ਟੋਟਲ ਜੀਵਨ ਦੇਖ ਲਈਏ, ਅਸੀਂ ਇੱਕ ਲੋਅਰ ਕਿਸਮ ਦਾ ਜੀਵਨ ਜਿਉਂਦੇ ਹਾਂ। ਕਦੇ ਸਾਡੇ ਜੀਵਨ 'ਚ ਕੋਈ ਕਲਾ ਨਹੀਂ ਫੁੱਟਦੀ ਕਿ ਕਿਤੇ 7 ਸੁਰ ਸਿੱਖ ਕੇ ਸ਼ਬਦ ਗਾਉਣਾ ਹੀ ਸਿੱਖ ਲਈਏ, ਕਦੇ 2 ਬੁਰਸ਼ ਫੜ ਕੇ ਕੋਈ ਪੇਂਟਿੰਗ ਬਣਾਉਣੀ ਸਿੱਖ ਲਈਏ। ਜ਼ਿੰਦਗੀ ਦੇ ਵਿੱਚ ਕਿੰਨੀਆਂ ਸੂਖਮ ਕਲਾਵਾਂ ਪਈਆਂ ਨੇ, ਸਾਨੂੰ ਕਿਸੇ ਦੀ ਪਰਵਾਹ ਨਹੀਂ। ਕੁਦਰਤੀ ਸੁੰਦਰ ਲਿਖਾਈ ਦਾ ਹੀ ਨਹੀਂ ਪਤਾ ਸਾਨੂੰ, ਕੈਲੀਗ੍ਰਾਫੀ ਕਹਿੰਦੇ ਨੇ ਸੁੰਦਰ ਲਿਖਾਈ ਨੂੰ। ਇਸਲਾਮ ਦੇ ਵਿੱਚ ਕਿੱਡਾ ਵੱਡਾ ਇਹਦਾ ਪਸਾਰ ਹੈ। ਉਹ ਕੁਰਾਨ ਨੂੰ ਪਤਾ ਨਹੀਂ ਕਿੰਨੇ ਵੱਡੇ ਵੱਡੇ ਤਰੀਕਿਆਂ ਨਾਲ ਲਿਖਦੇ ਨੇ,
ਸਾਨੂੰ ਇਹਦਾ ਵੀ ਇਲਮ ਨਹੀਂ ਹੈ। ਜੀਵਨ ਦੇ ਵਿੱਚ ਕੋਈ ਸੂਖਮ ਕਲਾ ਨਾ ਕਮਾਉਣ ਕਰਕੇ ਅਸੀਂ ਖਾਲੀ ਦੇ ਖਾਲੀ ਹੁੰਦੇ ਹਾਂ, ਉਸੇ ਜੀਵਨ ਨੂੰ ਭਰੀ ਜਾਂਦੇ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਇਸ ਕਰਕੇ ਆਪਣੇ ਅੰਤਰੀਵ ਨੂੰ ਜਿਹੜਾ ਬੰਦਾ ਬੰਦਗੀ ਦੇ ਨਾਲ ਠਹਿਰਾਓ ਵਿੱਚ ਲੈ ਆਉਂਦਾ ਹੈ। ਠਹਿਰਾਓ ਵਿੱਚ ਲਿਆਉਣ ਦਾ ਮਤਲਬ ਹੈ ਹੁਣ ਉਹਦੇ ਅੰਦਰ ਦੇਖਣ ਦੀ ਚਾਹਤ ਨਹੀਂ, ਉਹਦੇ ਅੰਦਰ ਸੁਣਨ ਦੀ ਵੀ ਚਾਹਤ ਨਹੀਂ, ਉਹਦੇ ਅੰਦਰ ਸਪਰਸ਼ ਕਰਨ ਦੀ, ਕੁਝ ਮਹਿਸੂਸ ਕਰਨ ਦੀ ਚਾਹਤ ਨਹੀਂ, ਕਿਉਂਕਿ ਉਹ ਇੰਦਰੀਆਂ ਦੇ ਅਨੁਭਵ ਤੋਂ ਬੰਦਾ ਉੱਪਰ ਉੱਠ ਗਿਆ ਹੈ। ਹੁਣ ਮੁਰਦਾ ਵੀ ਹੁੰਦਾ, ਮੁਰਦੇ ਕੋਲੋਂ ਜ਼ੁਬਾਨ ਵੀ ਹੁੰਦੀ ਹੈ, ਪਰ ਮੁਰਦੇ ਦੇ ਜ਼ੁਬਾਨ ਮੂੰਹ 'ਚ ਮਿਠਾਸ ਪਾ ਦਿਓ, ਕੀ ਉਹ ਕਹੇਗਾ? ਕੋਈ ਸਿਰ ਮਾਰੇਗਾ ਮਾੜਾ ਮੋਟਾ ਕਿ ਨਹੀਂ ਇਹ ਬੜੀ ਮਿੱਠੀ ਹੈ? ਉਹ ਨਹੀਂ ਮਾਰੇਗਾ, ਕਿਉਂਕਿ ਉਹ ਮੁਰਦਾ ਹੈ। ਇਸ ਕਰਕੇ ਵਿਖਿਆ ਰਸਾਂ ਦੇ ਤਲ ਤੋਂ ਇੱਕ ਵਾਰੀ ਬੰਦੇ ਨੂੰ ਮਰਨਾ ਪੈਂਦਾ ਹੈ, ਅਤੇ ਇਹਦੀ ਸਾਧਨਾ ਹੈ ਬਕਾਇਦਾ। ਚੀਜ਼ਾਂ ਦੇ ਜੇ ਕੁਝ ਨਹੀਂ ਤ੍ਰਿਪਤੀ ਹੋਣ ਜਾਈ, ਕਈ ਬੰਦੇ ਪਦਾਰਥਾਂ ਦੇ ਵਿੱਚ ਬੜੀ ਸੁੱਧ ਰੱਖਣਗੇ, ਉਹ ਠੀਕ ਹੈ, ਜੀਵਨ ਦੇ ਇੱਕ ਨੁਕਤੇ ਤੋਂ ਹੋ ਸਕਦੀ ਹੈ ਕਿ ਚਲੋ ਸਾਰਾ ਕੁਝ ਖਾਣ ਪੀਣ ਲਈ ਬਣਿਆ ਹੈ, ਪਰ ਜੇ ਉਹ ਰਸ ਦੀ ਅਤ੍ਰਿਪਤੀ ਦੇ ਕਾਰਨ ਬੰਦਾ ਵਿਆਕੁਲ ਹੋਣ ਲੱਗ ਪਵੇ, ਇਹਦਾ ਮਤਲਬ ਇਹ ਚੀਜ਼ ਫਿਰ ਗਹਿਰੀ ਵਾਚਣ ਵਾਲੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਇਹਨਾਂ ਚੀਜ਼ਾਂ ਦੀ ਮਿਠਾਸ ਬੜੀ ਚੰਗੀ ਹੈ, ਪਰ ਇਹ ਹੁਣ ਉਹਦੇ ਬਰਾਬਰ ਨਹੀਂ ਪੁੱਜ ਸਕਦੀ। ਬਰਾਬਰ ਨਾ ਪੁੱਜਣ ਸਕਣ ਦਾ ਕਾਰਨ ਕੀ ਹੈ? ਉਹਦੇ ਪਿਛਲੇ ਕਾਰਨਾਂ ਦੀ ਚਰਚਾ ਕਰ ਰਹੇ ਹਾਂ ਕਿ ਇੰਦਰੀਆਂ ਦਾ ਅਨੁਭਵ ਅਧੂਰਾ ਰਹਿੰਦਾ ਹੈ, ਅਤੇ ਜਦੋਂ ਬੰਦਾ ਮਨ ਤੋਂ ਹੀ ਉੱਪਰ ਉੱਠ ਗਿਆ, ਫਿਰ ਇੰਦਰੀਆਂ ਦੇ ਰਸ ਉਹਨੂੰ ਕੀ ਕਰਨਗੇ? ਜਦੋਂ ਬੰਦਾ ਮਨ ਤੋਂ ਹੀ ਉੱਪਰ ਉੱਠ ਗਿਆ। ਹੁਣ ਕੁਦਰਤੀ ਹੈ, ਇਸ ਕਰਕੇ ਭਗਤੀ ਦੇ ਵਿੱਚ ਵਿਕਾਸ ਕਰਦਿਆਂ ਬੰਦੇ ਦਾ ਮਨ ਦਾ ਸੰਸਾਰ ਵੱਖਰਾ, ਤਨ ਦਾ ਸੰਸਾਰ ਵੱਖਰਾ ਅਤੇ ਆਤਮਾ ਦਾ ਸੰਸਕਾਰ ਵੱਖਰਾ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਤਨ ਦੀ ਲੋੜ ਅਤੇ ਮਨ ਦੀ ਜਿਹੜੀ ਤ੍ਰਿਸ਼ਨਾ ਇਹ ਜੁੜ ਜਾਣ। ਹੁਣ ਤਨ ਦੀ ਲੋੜ ਹੈ ਭੁੱਖ ਦੀ ਪੂਰਤੀ ਕਰਨੀ, ਅਤੇ ਮਨ ਨੇ ਆਪਣਾ ਤ੍ਰਿਸ਼ਨਾ ਵਾਲਾ ਜ਼ੋਰ ਪਾ ਦਿੱਤਾ ਕਿ ਨਹੀਂ, ਕਿਸੇ ਗਲਤ ਪਦਾਰਥ ਦੇ ਨਾਲ ਕਰਦੇ ਹਾਂ, ਜਾਨਵਰ ਵੱਢ ਕੇ ਕਰਦੇ ਹਾਂ। ਹੁਣ ਇਹ ਦੋਵੇਂ ਤੇ ਰਲ ਗਏ, ਤਨ ਅਤੇ ਮਨ, ਇਹਨਾਂ ਨੇ ਪਾਉਣਾ ਸਾਡੇ ਆਤਮਿਕ ਜੀਵਨ 'ਤੇ ਅਸਰ, ਅਤੇ ਸਾਨੂੰ ਭੁੱਲ ਹੀ ਜਾਣਾ ਕਿ ਅਸੀਂ ਰੱਬ ਦੀ ਵੀ ਜੋਤ ਹਾਂ, ਅਤੇ ਅਸੀਂ ਆਪਣੇ ਰਸਾਂ ਦੇ ਵਿੱਚ ਭਰਮਦੇ ਪਤਾ ਨਹੀਂ ਕਿੱਥੇ ਨਿਕਲ ਜਾਣਾ। ਤਾਂ ਕਰਕੇ ਬਾਣੀ ਵਿੱਚ ਆਉਂਦਾ, ਰਸ ਸੋਇਣਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਜਾਂ ਬਾਣੀ ਦੇ ਵਿੱਚ ਫਿਰ ਜਿਹੜਾ ਨਾਮ ਰਸ ਪੈਦਾ ਕਰਨ ਦਾ ਇੱਕ ਖਿਆਲ ਦੱਸਿਆ ਗਿਆ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਵਾਈਐ। ਕਿ ਭਾਵ ਜੀਵਨ ਦੇ ਵਿੱਚ ਗੁੜ ਕਰ ਗਿਆਨ। ਹੁਣ ਜਦੋਂ ਗੁੜ ਦੀ ਕਿਰਿਆ ਤਿਆਰ ਹੁੰਦਾ, ਬੜੀ ਸਹਿਜ ਵਾਲੀ ਅਤੇ ਬਰੀਕੀ ਵਾਲੀ ਹੈ। ਇਸ ਕਰਕੇ ਕਹਿੰਦੇ ਤੇਰਾ ਧਿਆਨ ਅਤੀ ਗਹਿਰਾ ਹੋਵੇ, ਤੂੰ ਨਕਸ਼ ਦੇਖਣਾ ਹੈ ਅਤੇ ਨਕਸ਼ ਦੇ ਵਿੱਚੋਂ ਮਾਲਕ ਨੂੰ ਦੇਖ, ਨਾ ਕਿ ਇਸਤਰੀ ਜਾਂ ਮਰਦ ਨੂੰ ਦੇਖ। ਤੂੰ ਸੁਣਨਾ ਹੈ, ਉਹਦੇ ਵਿੱਚ ਵਿਖਿਆ ਨੂੰ ਨਾ ਸੁਣ, ਉਹਦੇ ਵਿੱਚ ਹੋਰ ਨੂੰ ਨਾ ਸੁਣ, ਤੂੰ ਉਹਦੇ ਵਿੱਚ ਮਾਲਕ ਦੀ ਸਰੋਧ ਨੂੰ ਸੁਣ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ, ਇਹ ਸਾਰਾ ਆਚਰਣ ਬਣਾ, ਭਾਠੀ ਪਵਨ ਪ੍ਰੇਮ ਕਾ ਪੋਚਾ, ਇਤਰਾ ਸਮਿਓ ਚੁਵਾਈਐ। ਤਾਂ ਕਰਕੇ ਉਹਦੇ ਵਿੱਚ ਜ਼ਿਕਰ ਆਉਂਦਾ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਹੁਣ ਬੰਦਾ ਦੁਨਿਆਵੀ ਤੌਰ 'ਤੇ ਸ਼ਰਾਬ ਦਾ ਬੋਧ ਹੈ ਨਾ, ਉਹਨੂੰ ਉਹ ਬਾਰ-ਬਾਰ ਲੈਂਦਾ, ਕਿਉਂਕਿ ਉਹਦਾ ਬੋਧ ਪਤਾ ਲੱਗ ਗਿਆ। ਪਰ ਦੁਨਿਆ ਰੱਬੀ ਰਸ ਦਾ ਜੇ ਬੋਧ ਨਹੀਂ ਪੈਦਾ ਹੋਇਆ, ਤਾਂ ਕਰਕੇ ਉਹਦੇ ਵੱਲ ਨਹੀਂ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰੱਬ ਨਾ ਪੁੱਜਣ ਤੁਧ। ਰੱਬ ਨਾ ਪੁੱਜਣ ਤੁਧ ਦਾ ਮਤਲਬ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਬੰਦਾ ਰਸਾਂ ਦੇ ਪੱਧਰ 'ਤੇ ਹਾਇਰ ਹੋ ਜਾਂਦਾ ਹੈ, ਉਦੋਂ ਚੀਜ਼ਾਂ ਆਪਣੇ ਆਪ ਛੁੱਟਦੀਆਂ ਹਨ। ਆਪਣੇ ਆਪ ਛੁੱਟਣ ਦਾ ਮਤਲਬ ਹੈ ਕਿ ਕੁਝ ਅੰਦਰੋਂ ਪੈਦਾ ਕੀਤਾ, ਬਾਹਰੋਂ ਸਾਰੀ ਜ਼ਿੰਦਗੀ ਕਿੰਨਾ ਕੁ ਚਿਰ ਦੇ ਸਕਦੇ ਸਾਂ, ਕਿੰਨਾ ਕੁ ਚਿਰ ਦੇ ਸਕਦੇ ਸਾਂ, 100 ਸਾਲ ਦੇ ਸਕਦੇ ਸਾਂ, 200 ਸਾਲ, ਪਰ ਗੱਲ ਤਾਂ ਫਿਰ ਅਤ੍ਰਿਪਤ ਰਹਿਣੀ ਸੀ। ਇਸ ਕਰਕੇ ਪਰਮ ਜਿਹੜਾ ਮਿਠਾਸ ਦਾ ਸੋਮਾ ਉਹ ਬੰਦੇ ਦੇ ਅੰਦਰ ਮੌਜੂਦ ਹੈ, ਜੇ ਬੰਦੇ ਨੂੰ ਉਹਦੀ ਤਲਾਸ਼ ਕਰਨੀ ਆ ਜਾਏ। ਹੁਣ ਜੀਵਨ ਦੇ ਵਿੱਚ ਆਪ ਜੀ ਨੇ ਕਦੀ ਇਸ ਤਰ੍ਹਾਂ ਦਾ ਅਨੁਭਵ ਨਹੀਂ ਕੀਤਾ ਹੋਏਗਾ, ਜੇ ਕੀਤਾ ਤਾਂ ਬੜੀ ਚੰਗੀ ਗੱਲ ਹੈ। ਜਿਵੇਂ ਸਾਡੇ ਪੱਧਰ ਦੀ ਗੱਲ ਹੈ, ਸਾਨੂੰ ਕਈ ਵਾਰੀ ਇੱਕ ਵਾਕ ਬਾਣੀ ਦਾ ਜਦੋਂ ਸਮਝ ਆ ਜਾਂਦਾ ਹੈ, ਉਹ ਇੰਨਾ ਜ਼ਿਆਦਾ ਇੱਕ ਮਸਤੀ ਦੇ ਵਿੱਚ ਜਾਂ ਇੰਨਾ ਜ਼ਿਆਦਾ ਇੱਕ ਆਪਣੇ ਆਪ ਦੇ ਵਿੱਚ ਲੈ ਜਾਂਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਦੁਨਿਆਵੀ ਪੱਧਰ ਦਾ ਕੋਈ ਸੰਕਟ ਚੱਲ ਰਿਹਾ ਹੁੰਦਾ, ਉਹਦਾ ਖਿਆਲ ਹੀ ਵਿਸਰ ਜਾਂਦਾ। ਦੁਨਿਆਵੀ ਪੱਧਰ 'ਤੇ ਜਿਹੜੀ ਕੋਈ ਮੁਸ਼ਕਿਲ ਚੱਲ ਰਹੀ ਹੁੰਦੀ ਹੈ, ਜਾਂ ਸਰੀਰ ਦੀ ਕੋਈ ਮੁਸ਼ਕਿਲ ਚੱਲ ਰਹੀ ਹੁੰਦੀ ਹੈ, ਉਹ ਯਾਦ ਹੀ ਨਹੀਂ ਆਉਂਦੀ। ਕਾਰਨ ਕੀ ਹੈ ਕਿ ਸ਼ਬਦ ਦੇ ਵਿੱਚ ਇੰਨਾ ਵੱਡਾ ਜੀਵਨ ਹੈ। ਇਸ ਕਰਕੇ ਹੁਣ ਕੁਦਰਤੀ ਦੇਖੋ, ਇਹ ਚੀਜ਼ਾਂ ਨੂੰ ਸਮਝਣਾ ਪਏਗਾ ਬੜਾ ਗਹਿਰਾ,
ਕਿ ਇਹ ਕੀ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਹੈ ਸਰਸਾ ਦੇ ਕੰਢੇ ਆ ਕੇ ਖੜ੍ਹ ਗਿਆ। ਜੀਵਨ ਦਾ ਤਾਂ ਬਾਡੀ ਦੇ ਨੁਕਤੇ ਤੋਂ ਦੇਖਾਂਗੇ ਤਾਂ ਜੰਗ ਹੈ ਜੀ, ਬਾਡੀ ਖਤਮ ਹੋਏਗੀ, ਪਰ ਉਸ ਸਮੇਂ ਦੇ ਵਿੱਚ ਬਾਡੀ ਦੀ ਥਕਾਵਟ ਨੂੰ, ਬਾਡੀ ਦੀ ਕਰਸ਼ਨੈਸ ਨੂੰ, ਬਾਡੀ ਦੀ ਭਟਕਣ ਨੂੰ, ਉਹਦੀ ਬਾਡੀ ਦੀ ਵਾਉਂਡਿੰਗ ਨੂੰ ਪੂਰੀਆਂ ਕਰਨ ਦੇ ਲਈ ਆਰਾਮ ਨਹੀਂ ਲੱਭਿਆ ਜਾ ਰਿਹਾ ਜਾਂ ਕੋਈ ਠਾਰ ਨਹੀਂ ਲੱਭੀ ਜਾ ਰਹੀ। ਉਦੋਂ ਕੀਰਤਨ 'ਚ ਪਾ ਦਿੱਤਾ ਉਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿ ਬਹੁਤ ਸਰੀਰ 'ਤੇ ਜ਼ਖਮ ਹੈ, ਸਰੀਰ ਥਕਾਵਟ 'ਚ ਹੈ, ਇਹ ਸਾਰਾ ਕੁਝ ਹੈ, ਅਤੇ ਇਹਦਾ ਹੱਲ ਬੈੱਡ ਨਹੀਂ ਲੱਭਿਆ, ਇਹਦਾ ਹੱਲ ਉਹਨਾਂ ਨੇ ਕੀਰਤਨ ਕੀਤਾ। ਅਤੇ ਕੀਰਤਨ ਦੇ ਵਿੱਚ ਆਸਾ ਦੀ ਵਾਰ ਹੈ, ਅਤੇ ਆਸਾ ਦੀ ਵਾਰ ਦੇ ਵਿੱਚ ਜਿੰਨੇ ਜ਼ਿਕਰ ਹਨ, ਜੇ ਬੰਦਾ ਉਹਨੂੰ ਆਪਣੀ ਮਾਨਸਿਕ ਕਨੈਕਸ਼ਨ ਦੇ ਨਾਲ ਜੋੜ ਕੇ ਦੇਖੇ ਤਾਂ ਉਹ ਸਾਰੇ ਮਨੁੱਖ ਦੇ ਜੀਵਨ ਨੂੰ ਵੱਡਾ ਸਕੂਨ ਦੇਣ ਵਾਲੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਰੱਬ ਨਾ ਪੁੱਜਣ ਦੁੱਧ, ਇੱਕ ਸੁੰਦਰ ਪ੍ਰਮਾਣ ਰੱਖਦੇ। ਬਾਬਾ ਫਰੀਦ ਸਾਹਿਬ ਜੀ ਨੂੰ ਸ਼ੱਕਰ ਸਾਰੀ ਜ਼ਿੰਦਗੀ ਬੜੀ ਪਸੰਦ ਰਹੀ, ਇਸ ਗੱਲ ਦਾ ਵੀ ਜ਼ਿਕਰ ਆਪਦੇ ਸਨਮੁਖ ਰੱਖਦੇ ਹਾਂ। ਇੱਕ ਦਫਾ ਕਿਸੇ ਮੁਰੀਦ ਨੇ ਉਹਨਾਂ ਦੇ ਅੱਗੇ ਸ਼ੱਕਰ ਪੇਸ਼ ਕੀਤੀ, ਕੋਈ ਆਇਆ ਉਹਨਾਂ ਨੂੰ ਮਿਲਣ, ਉਹਨੇ ਸ਼ੱਕਰ ਪੇਸ਼ ਕੀਤੀ ਅਤੇ ਬਾਬਾ ਫਰੀਦ ਸਾਹਿਬ ਜੀ ਬੜਾ ਚਿਰ ਉਸ ਸ਼ੱਕਰ ਨੂੰ ਨਿਹਾਰਦੇ ਰਹੇ। ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਇੱਕ ਪ੍ਰਸ਼ਨ ਕੀਤਾ, ਕਹਿਣ ਲੱਗੇ ਕਿ ਜੇ ਤੂੰ ਸ਼ੱਕਰ ਲੈ ਕੇ ਆਇਆ, ਇਹ ਤੇਰੇ ਕੋਲ ਕਿੰਨੀ ਕੁ ਹੈ? ਮਤਲਬ ਉਹਨਾਂ ਉਦੋਂ ਵੀ ਆਪਣਾ ਅਨੁਭਵ ਦਿੱਤਾ ਉਹਨੂੰ। ਕਹਿਣ ਲੱਗੇ ਕਿੰਨੀ ਕੁ ਹੈ? ਕਹਿਣ ਲੱਗਾ ਜੀ ਮੈਂ ਤੁਹਾਨੂੰ ਇਹ ਮੰਨ ਲਓ ਕਿਲੋ ਹੋਏਗੀ ਤਾਂ 100 ਕਿਲੋ ਮੇਰੇ ਕੋਲ ਹੋਰ ਹੋਏਗੀ। ਅਤੇ ਬਾਅਦ ਦੇ ਵਿੱਚ ਕਹਿਣ ਲੱਗੇ ਕਿ ਇਹ ਤਾਂ ਚਲੋ 100 ਕਿਲੋ ਹੋ ਗਈ, ਹੋਰ ਕਿੰਨੀ ਪੈਦਾ ਕਰ ਸਕਦਾ? ਕਹਿਣ ਲੱਗਾ ਜੀ ਮੈਨੂੰ ਸ਼ੱਕਰ ਪੈਦਾ ਕਰਨ ਦਾ ਢੰਗ ਹੈ, ਮੈਂ ਕੋਈ 100 ਕਿਲੋ ਹੋਰ ਪੈਦਾ ਕਰ ਦਿਆਂ। ਕਹਿੰਦੇ ਹੋਰ? ਕਹਿੰਦਾ ਮਤਲਬ ਜਿੰਨੀ ਜ਼ਿੰਦਗੀ ਹੈ ਮੈਂ 100 ਕਿਲੋ ਪੈਦਾ ਕਰਦਾ ਜਾਵਾਂਗਾ। ਅਤੇ ਕਹਿਣ ਲੱਗੇ ਕਿ ਇਹ ਘਟੇਗੀ ਵੀ ਹੈ ਨਾ, ਤੈਨੂੰ ਯਤਨ ਵੀ ਬਾਰ-ਬਾਰ ਕਰਨਾ ਪਵੇਗਾ ਇਹਦਾ ਪੈਦਾ ਕਰਨ ਦਾ, ਅਤੇ ਇਹ ਘਟੇਗੀ ਵੀ, ਖਾਣ ਤੋਂ ਬਾਅਦ ਇਹਦਾ ਸਵਾਦ ਫਿਰ ਘਟੇਗਾ। ਕਹਿੰਦੇ ਹਾਂ ਬਿਲਕੁਲ ਘਟੇਗਾ। ਕਹਿਣ ਲੱਗੇ ਜੇ ਇੰਝ ਹੋ ਜਾਏ ਕਿ ਆਹ ਸਾਰੀ ਧਰਤੀ ਮਿੱਟੀ ਚਾਰੇ ਪਾਸੇ ਹੈ, ਜੇ ਇਹ ਸਾਰੀ ਸ਼ੱਕਰ ਬਣ ਜਾਵੇ ਫਿਰ ਮੁੱਕਣ 'ਚ ਨਹੀਂ ਆਏਗੀ, ਫਿਰ ਇਹ ਘਟਣ ਵਿੱਚ ਨਹੀਂ ਆਏਗੀ। ਇਸ ਕਰਕੇ ਬਾਡੀ ਵੀ ਤਬਦੀਲ ਹੋਣੀ, ਅੰਦਰਿਆਵੀ ਅਨੁਭਵ ਵੀ ਤਬਦੀਲ ਕਰਨਾ ਪਏਗਾ ਅਤੇ ਬਾਹਰੀ ਜੀਵਨ ਵੀ ਤਬਦੀਲ ਕਰਨਾ ਪਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੂੰ ਗੰਜੇ ਸ਼ੱਕਰ ਕਿਹਾ ਜਾਂਦਾ। ਜ਼ਿਕਰ ਆਉਂਦਾ ਨਾ ਕਿ ਇੱਕ ਵਾਰੀ ਉਹ ਰਸਤੇ ਵਿੱਚ ਜਾ ਰਹੇ ਸਨ, ਚਿੱਕੜ ਕਰਕੇ ਡਿੱਗ ਪਏ ਤਾਂ ਉਹਨਾਂ ਦੇ ਮੁੱਖ ਦੇ ਵਿੱਚ ਚਿੱਕੜ ਪੈ ਗਿਆ, ਪਰ ਉਹਨਾਂ ਨੂੰ ਲੱਗਿਆ ਮਿਠਾਸ ਵਾਂਗ, ਸ਼ੱਕਰ ਵਾਂਗ ਲੱਗਿਆ ਕਿ ਬਾਡੀ ਤਬਦੀਲ ਹੋ ਗਈ ਹੈ। ਹੁਣ ਜਿਵੇਂ ਕਹਿੰਦੇ ਮੀਰਾ ਨੂੰ ਜ਼ਹਿਰ ਦਿੱਤੀ ਗਈ, ਮੀਰਾ ਜ਼ਹਿਰ ਪੀ ਗਈ ਮਰੀ ਨਹੀਂ। ਕਾਰਨ ਕੀ ਹੈ? ਉਹਦੀ ਦੇਹ ਦੇ ਰਸਾਇਣ ਅੰਮ੍ਰਿਤ ਵਰਗੇ ਬਣ ਗਏ ਨੇ, ਅਤੇ ਬਾਹਰੀ ਰੂਪ ਦੇ ਵਿੱਚੋਂ ਭਾਵੇਂ ਬਿੱਖ ਦੇ ਦਿੱਤੀ ਹੈ, ਪਰ ਉਹਦੇ ਅੰਦਰਲੇ ਰਸਾਇਣਾਂ ਨੇ ਉਹਨੂੰ ਅੰਮ੍ਰਿਤ ਕਰਕੇ ਲੈ ਲਿਆ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੱਬ ਨਾ ਪੁੱਜਣ ਤੁਧ, ਇਹ ਤਦ ਨਹੀਂ ਪੁੱਜਦੀਆਂ। ਇਹਦੇ ਵਿੱਚ ਇੱਕ ਭਾਵ ਮੈਨੂੰ ਕਿਸੇ ਬੰਦੇ ਨੇ ਦੱਸਿਆ ਸੀ, ਮੈਂ ਉਹਦਾ ਹੀ ਅਰਜ਼ ਕਰਦਾ। ਕੋਈ ਰਮਤਾ ਜਿਹਾ ਸੀ ਅਤੇ ਉਹਦੇ ਨਾਲ ਕੁਦਰਤੀ ਕੋਈ ਵਾਰਤਾਲਾਪ ਹੋਈ, ਉਹਨੇ ਦੱਸਿਆ, ਕਹਿਣ ਲੱਗਾ ਕਿ ਰੱਬ ਨਾ ਪੁੱਜਣ, ਉਹਦੇ ਭਾਵ ਨੇ ਹੋ ਸਕਦਾ ਸ਼ਲੋਕ ਨਾਲ ਨਾ ਵੀ ਜੁੜਦੇ ਹੋਣ। ਕਹਿੰਦਾ ਜਿਹੜੇ ਭਾਣੇ ਦਾ ਰਜਾ ਦਾ ਅਭਿਆਸ ਕਰਨ ਲੱਗ ਪੈਂਦੇ ਨੇ, ਉਹਨਾਂ ਨੂੰ ਉਹਦੇ ਬਰਾਬਰ ਹੋਰ ਕੁਝ ਮਿੱਠਾ ਲੱਗਦਾ ਵੀ ਨਹੀਂ। ਕੁਦਰਤੀ ਹੈ ਕਿ ਇਹ ਚੀਜ਼ਾਂ ਬੜੀਆਂ ਮਿੱਠੀਆਂ ਨੇ, ਪਰ ਜਿਨ੍ਹਾਂ ਨੂੰ ਮਾਲਕ ਦੀ ਰਜਾ ਮਿੱਠੀ ਲੱਗਣ ਲੱਗ ਪੈਂਦੀ ਹੈ, ਉਹਦੇ ਬਰਾਬਰ ਕਿਸੇ ਨੂੰ ਮਿੱਠਾ ਨਹੀਂ ਜਾਣਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਗੱਲ ਇਤਨੀ ਹੈ ਕਿ ਅਸੀਂ ਜੀਵਨ ਦੇ ਵਿੱਚ ਕੇਵਲ ਦੁਨਿਆਵੀ ਰਸ ਜਾਣੇ ਨੇ, ਵਿਕਾਰਾਂ ਦੇ ਰਸ ਜਾਣੇ ਨੇ, ਪਰਮ ਰਸ ਦੇ ਬਾਰੇ, ਨਾਮ ਰਸ ਦੇ ਬਾਰੇ ਅਜੇ ਜਾਣਿਆ ਹੀ ਨਹੀਂ। ਜਿਸ ਦਿਨ ਜਾਣਾਂਗੇ ਉਸ ਦਿਨ ਸਾਨੂੰ ਅਨੁਭਵ ਪਤਾ ਲੱਗੇਗਾ ਕਿ ਇਹਦੇ ਵਿੱਚ ਕਿੰਨੀ ਜ਼ਿਆਦਾ ਮਿਠਾਸ, ਕਿੰਨੀ ਜ਼ਿਆਦਾ। ਕਈ ਕੁਦਰਤੀ ਆਪ ਜੀ ਦੇ ਨਾਲ ਅਨੁਭਵ ਸਾਂਝਾ ਕਰਾਂ। ਕਦੇ ਆਪ ਜੀ ਨੇ ਪੰਜਾਬੀ ਦੇ ਜਾਂ ਹਿੰਦੀ ਦੇ, ਉਰਦੂ ਦੇ ਕਵੀ ਦੇਖੇ ਹੋਣ ਨਾ, ਤਾਂ ਉਹ ਜਦੋਂ ਆਪਣੀ ਕਵਿਤਾ ਪੜ੍ਹਦੇ ਨੇ, ਅੱਗੋਂ ਦਾਦ ਮਿਲਦੀ ਹੈ, ਤਾਂ ਉਹ ਇੰਨੇ ਜ਼ਿਆਦਾ ਖੀਵੇ ਹੋ ਜਾਂਦੇ ਨੇ, ਇਉਂ ਲੱਗਦਾ ਜਿਵੇਂ ਇਹਨਾਂ ਨੇ ਪੂਰਾ ਨਸ਼ਾ ਕੀਤਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਬਾਣੀ ਵਿੱਚ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਕਿ ਉਹਨਾਂ ਦੇ ਜੀਵਨ ਦੀ ਤਰਜ਼ ਦੱਸਦੀ ਹੈ, ਉਹਨਾਂ ਦੇ ਮੁੱਖ ਦਾ ਪ੍ਰਭਾਵ, ਉਹਨਾਂ ਦੇ ਸਰੀਰਕ ਚਾਲ ਚੱਲਣ, ਉਹ ਸਾਰਾ ਕੁਝ ਦੱਸਦਾ ਹੈ ਕਿ ਕਿਸੇ ਵੱਡੇ ਰੈਲਮ ਦੇ ਵਿੱਚ ਹਨ। ਅਤੇ ਬਾਬਾ ਫਰੀਦ ਸਾਹਿਬ ਜੀ ਉਸ ਮੁਰੀਦ ਨੂੰ ਕਹਿਣ ਲੱਗੇ, ਬਾਣੀ ਵਿੱਚ ਜ਼ਿਕਰ ਆਉਂਦਾ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੈ ਨਿਤ ਜੀਓ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮਾਲਕ ਦੀ ਬੰਦਗੀ ਦੇ ਵਿੱਚ ਲੱਗੀ ਹੈ ਨਾ, ਅਤੇ ਇੰਝ ਫਿਰ 100 200 ਕਿਲੋ ਸ਼ੱਕਰ ਨਹੀਂ ਪੈਦਾ ਕਰਨੀ ਪੈਂਦੀ, ਉਹ ਆ ਸਾਰੀ ਸ੍ਰਿਸ਼ਟੀ ਨੂੰ ਹੀ ਸ਼ੱਕਰ ਬਣਾ ਦਿੰਦਾ। ਅਤੇ ਜਿੰਨੀ ਮਰਜ਼ੀ ਖਾਓ ਅਤੇ ਜਿੰਨੀ ਮਰਜ਼ੀ ਪਚਾਓ, ਕਦੇ ਘਟਣ ਵਿੱਚ ਨਹੀਂ ਆਉਂਦੀ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸਾਨੂੰ ਦੁਨਿਆਵੀ ਰਸਾਂ ਤੋਂ ਵੀ ਕੋਈ ਪਰਲਾ ਬੋਧ ਪੈਦਾ ਕਰਨ ਦਾ ਯਤਨ ਕਰੀਏ। ਪਦਾਰਥਾਂ ਦੇ ਬੜੇ ਚੱਖੇ ਹਨ ਸਵਾਦ, ਵਿਕਾਰਾਂ ਦੇ ਵੀ ਬੜੇ ਗਾਹੇ ਹਨ, ਗ੍ਰਸਤ ਦੇ ਵਿੱਚ ਪੈ ਕੇ ਵੀ ਬੜੇ ਤਰ੍ਹਾਂ ਦੇ ਸੰਬੰਧਾਂ ਦੇ ਰਸ ਗਾਏ ਹਨ,
ਥੋੜ੍ਹਾ ਪਰਮ ਰਸ ਦੀ ਤਲਾਸ਼ ਹੋਵੇ ਅਤੇ ਫਿਰ ਜੀਵਨ ਦੇ ਵਿੱਚ ਮਨੁੱਖਾਂ ਦੀ ਗੁਰਮੁਖਾਂ ਵਾਲੀ ਕਾਰ ਬਣੇਗੀ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਸ਼ਲੋਕ ਦੀ ਵਿਚਾਰ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।